ਮਿੱਤਰਾਂ ਪਿਆਰਿਆਂ ਨੂੰ ਚੰਦ ਤੇ ਸਿਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹਾਏ ਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਜਸ ਪੰਜਾਬੀ ਦੇਖਣ ਵਾਲਿਆਂ ਦਾ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਦਾ। ਪ੍ਰੋਗਰਾਮ ਅੱਜ ਤੁਹਾਡੇ ਰੂਬਰੂ ਕਰ ਰਿਹਾ ਜੀ, ਰਿਕਾਰਡਡ ਪ੍ਰੋਗਰਾਮ ਹੋਏਗਾ ਤੇ ਕਾਲਾਂ ਦਾ ਸਿਲਸਿਲਾ ਅੱਜ ਨਹੀਂ ਹੋਏਗਾ। ਇਹ ਮੈਂ ਪਹਿਲਾਂ ਦਰਸ਼ਕਾਂ ਨੂੰ ਇਸ ਕਰਕੇ ਸਾਡੇ ਦੱਸ ਦਿੰਦਾ ਕਿ ਪ੍ਰੋਗਰਾਮ ਕਈ ਵਾਰੀ ਜਦੋਂ ਕਿਤੇ ਜਾਣਾ ਪੈਂਦਾ ਵਨ ਡੇ ਤੇ ਫਿਰ ਪ੍ਰੋਗਰਾਮ ਰਿਕਾਰਡ ਕਰੀਦਾ ਤਾਂ ਉਹ 'ਚ ਕਾਲਾਂ ਨਹੀਂ ਲੈ ਹੁੰਦੀਆਂ, ਪਰ ਜਦੋਂ ਰਿਕਾਰਡਡ ਪ੍ਰੋਗਰਾਮ ਹੁੰਦਾ ਸਾਨੂੰ ਉਨੀਓ ਹੀ ਬਕਾਇਦਾ ਫੀਡਬੈਕ ਆਉਂਦੀ ਹੈ, ਉਨੇ ਹੀ ਤੁਹਾਡੇ ਮੈਸੇਜ ਆਉਂਦੇ ਨੇ, ਸੁਨੇਹੇ ਆਉਂਦੇ ਨੇ ਪ੍ਰੋਗਰਾਮ ਬਾਰੇ। ਦੱਸਦੇ ਹੋ ਤੁਸੀਂ ਕਿ ਤੁਹਾਨੂੰ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਜਾਂ ਪ੍ਰੋਗਰਾਮ ਦੇ ਵਿੱਚ ਹੋਰ ਵਧੀਆ ਕੀ ਹੋ ਸਕਦਾ ਸੀ ਜਾਂ ਪ੍ਰੋਗਰਾਮ ਬਹੁਤ ਵਧੀਆ ਸੀ। ਸਾਰਾ ਕੁਝ ਤੁਹਾਡੇ ਫੀਡਬੈਕ ਜਿਹੜੀ ਉਹ ਆਉਂਦੀ ਹੈ। ਅਤੇ ਅੱਜ ਦਾ ਪ੍ਰੋਗਰਾਮ ਵੀ ਲੈ ਕੇ ਹਾਜ਼ਰ ਆ ਜੀ, ਅਤੇ ਇਹਦੇ 'ਚ ਅਸੀਂ ਗੱਲਬਾਤ ਜਿਹੜੀ ਕਰਨੀ ਆ ਉਹ ਪੰਜਾਬ ਦੀ ਹੀ ਕਰਨੀ ਆ। ਪੰਜਾਬ ਦੀ ਹਮੇਸ਼ਾ ਗੱਲ ਕਰੀਦੀ ਆ ਕਿਉਂਕਿ ਪੰਜਾਬ ਦੇ ਵਿੱਚੋਂ ਅਸੀਂ ਆਏ ਹਾਂ ਅਤੇ ਪੰਜਾਬੀ ਨਾਲ ਜੁੜੇ ਹਾਂ ਅਤੇ ਪੰਜਾਬੀਆਂ ਦੀ ਹੀ ਗੱਲ ਕਰੀਦੀ ਆ। ਔਰ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਇੱਧਰਲੀ ਕੋਈ ਗੱਲ ਕਰ ਲਏ ਹਾਂ, ਬਾਹਰਲੇ ਮੁਲਕਾਂ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇੱਧਰਲੀ ਗੱਲ ਕੋਈ ਕਰਨ ਵਾਲੀ ਬਾਹਲੀ ਹੈ ਨਹੀਂ, ਸਾਰਾ ਕੁਛ ਠੀਕ ਠਾਕ ਚੱਲੀ ਜਾਂਦਾ ਹੈ, ਸਿਸਟਮ ਸਾਰਾ ਕੁਝ ਵਧੀਆ ਹੈਗਾ ਅਤੇ ਬੜਾ ਇੰਟਰਸਟ ਵੀ ਸਾਡੇ ਦਰਸ਼ਕਾਂ ਦਾ ਨਹੀਂ ਹੁੰਦਾ। ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਰਸ਼ਕ ਬਹੁਤ ਵੱਧ ਚੜ੍ਹ ਕੇ ਇੰਟਰਸਟ ਲੈਂਦੇ ਨੇ, ਦੇਖਦੇ ਨੇ। ਸੋ ਅੱਜ ਵੀ ਪੰਜਾਬ ਦੀ ਗੱਲ, ਪੰਜਾਬੀਆਂ ਦੀ ਗੱਲ, ਪੰਜਾਬੀਅਤ ਦੀ ਗੱਲ ਅਤੇ ਪੰਜਾਬੀ ਦੇ ਵਿੱਚ ਕਰਨ ਵਾਸਤੇ ਹਾਜ਼ਰ ਹਾਂ। ਅਤੇ ਮੇਰੇ ਨਾਲ ਮਹਿਮਾਨ ਸਾਡੇ ਜੁੜੇ ਨੇ ਜਿਹੜੇ ਅਕਸਰ ਕਈ ਵਾਰ ਮੈਂ ਜਦੋਂ ਪ੍ਰੋਗਰਾਮ 'ਤੇ ਲੈਂਦਾ ਅਤੇ ਤੁਸੀਂ ਬਹੁਤ ਪਸੰਦ ਕਰਦੇ ਹੋ। ਉਹਨਾਂ ਦੀ ਜਾਣਕਾਰੀ ਜਿਹੜੀ ਹੈ ਕਿੱਤੇ ਵਜੋਂ ਉਹ ਡਾਕਟਰ ਨੇ, MD ਨੇ, ਪਰ ਉਹਨਾਂ ਦੀ ਜਾਣਕਾਰੀ ਦੀ ਗੱਲ ਕਰੀਏ, ਉਹਨਾਂ ਦੀ ਨੌਲੇਜ ਦੀ ਗੱਲ ਕਰੀਏ ਤਾਂ ਮੈਂ ਇਹ ਸਮਝਦਾ ਕਿ ਹਰ ਖਿੱਤੇ ਦੀ ਬਕਾਇਦਾ ਉਹਨਾਂ ਨੂੰ ਜਾਣਕਾਰੀ ਹੈ। ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਡਾਕਟਰ ਸਾਹਿਬ ਬਹੁਤ ਬਹੁਤ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੇ ਨਾਲ ਜਦੋਂ ਅਸੀਂ ਵੀ ਤੁਹਾਨੂੰ ਆਵਾਜ਼ ਮਾਰਦੇ ਹਾਂ ਤੁਸੀਂ ਉਦੋਂ ਹੀ ਦਰਸ਼ਨ ਦੇ ਦਿੰਦੇ ਹੋ ਅਤੇ ਬੜੀ ਚੰਗੀ ਗੱਲ ਹੈ। ਅਤੇ ਪਹਿਲਾਂ ਤਾਂ ਸੁਣਾਓ ਜੀ, ਠੀਕ ਠਾਕ ਸਭ ਚੱਲ ਰਿਹਾ? ਹਾਂਜੀ, ਬਿਲਕੁਲ ਬਿਲਕੁਲ ਠੀਕ ਠਾਕ। ਮੈਂ ਤੁਹਾਡੀ ਗੱਲਬਾਤ ਸੁਣ ਰਿਹਾ, ਤੁਹਾਡੀ ਗੱਲ ਠੀਕ ਹੈ। ਸਾਡਾ ਅਸੀਂ ਪੰਜਾਬ ਨਾਲ ਬੜੇ ਜੁੜਿਆ, ਜਦੋਂ ਉਹਦਾ ਮੁੱਦਾ ਹੁੰਦਾ ਤੇ ਆਪਾਂ ਸਾਰੇ ਕੰਮ ਛੱਡ ਕੇ ਵੀ ਗੱਲਬਾਤ ਕਰਦੇ। ਇੱਥੇ ਦਾ ਭਾਵੇਂ ਨਾਂ ਵੀ ਠੀਕ ਚੱਲਦਾ, ਆਪਾਂ ਉਨਾ ਇੰਟਰਸਟ ਨਹੀਂ ਲੈਂਦੇ। ਇੱਥੇ ਵੀ ਬੜੀ ਗੜਬੜ ਚੱਲ ਰਹੀ ਆ, ਪਰ ਸਾਡਾ ਜਿਹੜਾ ਅਸੀਂ ਮਾਨਸਿਕ ਤੌਰ ਤੇ ਪੰਜਾਬ ਨਾਲ ਜੁੜੇ ਰਹਿੰਦੇ ਜੀ। ਗੜਬੜ ਦੀ ਗੱਲ ਤਾਂ ਚੱਲਦੀ ਬਹੁਤ, ਪਰ ਜਿੱਦਾਂ ਅਸੀਂ ਵੈਸੇ ਉੱਧਰਲੀ ਗੱਲ ਕਰਦੇ ਹਾਂ, ਜਦੋਂ ਉੱਧਰੋਂ ਲੀਡਰਾਂ ਦੀ ਗੱਲ ਕਰਦੇ ਹਾਂ, ਬਾਕੀ ਗੱਲ ਕਰਦੇ ਹਾਂ, ਉਹਦਾ ਫਿਰ ਵੀ ਕਾਫੀ ਫਰਕ ਇੱਧਰਲਾ ਲੱਗਦਾ ਹੈ। ਪਰ ਦੇਖੋ ਜੀ, ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦਾ ਇੱਕ ਸਾਨੂੰ ਇਹ ਡਾਕਟਰ ਸਾਹਿਬ ਇਸ ਗੱਲ ਨੂੰ ਤੁਸੀਂ ਮੰਨਦੇ ਹੋ ਜੀ ਕਿ ਪੰਜਾਬ ਦੇ ਨਾਲੋਂ ਜਿਹੜੇ ਲੋਕ ਬਾਹਰਲੇ ਮੁਲਕਾਂ 'ਚ ਬੈਠੇ ਨੇ, ਚਾਹੇ ਕਿਸੇ ਵੀ ਮੁਲਕ 'ਚ ਬੈਠੇ ਨੇ, ਉਹ ਹਰ ਫੀਲਡ ਦੇ ਵਿੱਚ ਪੰਜਾਬ ਨਾਲੋਂ ਜ਼ਿਆਦਾ ਉਹਨਾਂ ਨੂੰ ਚਾਅ ਆ, ਪੰਜਾਬ ਨਾਲੋਂ ਜ਼ਿਆਦਾ ਚਾਅ ਦੇ ਨਾਲ ਅਗਰ ਅਸੀਂ ਕੋਈ ਧਾਰਮਿਕ ਸਮਾਗਮ ਦੀ ਗੱਲ ਕਰੀਏ, ਜ਼ਿਆਦਾ ਸ਼ਰਧਾ ਦੇ ਨਾਲ ਇੱਥੋਂ ਦੇ ਲੋਕ ਮਨਾਉਂਦੇ ਨੇ, ਜਾਂ ਵੈਸੇ ਹੀ ਲੱਗਦਾ ਕੋਈ ਸੱਭਿਆਚਾਰਕ ਮੇਲਾ ਕਹਿ ਲਈਏ, ਟੂਰਨਾਮੈਂਟਾਂ ਦੀ ਗੱਲ ਕਰ ਲਈਏ, ਉਹ ਸਾਰਾ ਕੁਛ ਇੱਧਰਲੇ ਮੁਲਕਾਂ ਦੇ ਵਿੱਚ ਲੋਕ ਜ਼ਿਆਦਾ ਉਤਸ਼ਾਹ ਨਾਲ ਮਨਾਉਂਦੇ ਆ? ਵੈਸੇ ਇਹ ਹਿਊਮਨ ਨੇਚਰ ਹੈ ਭਾਜੀ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਥੋੜੀ ਜਿਹੀ ਦੂਰੀ ਤੇ ਹੁੰਦੇ ਹੋ ਨਾ ਤੇ ਉਹਨੂੰ ਜ਼ਿਆਦਾ ਮਿਸ ਕਰਦੇ ਹੋ। ਹਾਂ, ਕਈ ਵਾਰ ਤੁਸੀਂ ਜਿਹੜੇ ਘਰ ਦੇ ਮੈਂਬਰ ਦੇ ਜੁਆਇੰਟ ਫੈਮਿਲੀ ਨਾ ਆਪਸ ਵਿੱਚ ਭਾਵੇਂ ਰੋਜ਼ ਲੜੀ ਜਾਣ ਤੇ ਕਿਤੇ ਦੂਰ ਚਲੇ ਜਾਣ ਤੇ ਇੱਕ ਦੂਜੇ ਨੂੰ ਬਹੁਤ ਫਿਰ ਯਾਦ ਆਉਂਦੇ ਆ। ਸੋ ਆਪਾਂ ਜਦੋਂ ਪੰਜਾਬ ਤੋਂ ਦੂਰ ਆ ਗਏ ਹੁੰਦੇ ਆ ਤੇ ਸਾਡਾ ਜਿਹੜਾ ਦਿਲ ਆ ਜਿਹੜਾ ਉਹ ਜਦੋਂ ਕਹਿੰਦਾ ਧੜਕਦਾ ਪੰਜਾਬ 'ਚ ਹੀ ਹੈ, ਤੇ ਇੱਥੇ ਆ ਕੇ ਆਪਾਂ ਮਿਸ ਕਰ। ਤੁਹਾਡੀ ਗੱਲ ਬਿਲਕੁਲ ਠੀਕ ਆ। ਭਾਵੇਂ ਦਿਨ ਤਿਉਹਾਰ ਹੋਣ, ਈਵਨ ਭਾਵੇਂ ਕੋਈ ਵੀ ਰਸਮਾਂ ਰਿਵਾਜ਼ ਹੋਣ, ਇੱਥੇ ਆਪਾਂ ਜ਼ਿਆਦਾ ਸ਼ਿੱਦਤ ਨਾਲ ਬਹੁਤ ਜੁੜ ਕੇ ਮਨਾਉਂਦੇ ਹਾਂ। ਕਈ ਵਾਰ ਪੰਜਾਬ 'ਚ ਇਹਨਾਂ ਗੱਲਾਂ ਨੂੰ ਇਗਨੋਰ ਕੀਤਾ ਜਾਂਦਾ, ਤੇ ਬਿਲਕੁਲ ਤੁਹਾਡੇ ਨਾਲ ਐਗਰੀ ਕਰਨਾ ਜੀ, ਆਪਾਂ ਜ਼ਿਆਦਾ ਬਿਲਕੁਲ। ਜਿਹੜੀ ਗੱਲ ਤੁਸੀਂ ਪਰਿਵਾਰਾਂ ਦੀ ਕੀਤੀ ਹੈ, ਜਦੋਂ ਅਲੱਗ ਹੋ ਜਾਂਦੇ ਕੋਈ ਭਰਾ ਭੈਣ ਭਰਾ ਦੂਰ ਦੂਰ ਹੁੰਦੇ ਤਾਂ ਫਿਰ ਪਿਆਰ ਵਾਕਈ ਵੱਧਦਾ ਹੈ। ਘਰੇ ਚਾਹੇ ਜੋ ਇਕੱਠੇ ਆ ਉਦੋਂ ਰਿਮੋਟ ਪਿੱਛੇ ਲੜੀ ਜਾਣਗੇ, ਮੈਂ ਰਿਮੋਟ ਲੈਣਾ ਤਾਂ ਮੈਂ ਲੈਣਾ, ਪਰ ਬਾਹਰ ਦੂਰ ਜਦੋਂ ਜਾਂਦੇ ਤਾਂ ਫਿਰ ਵਾਕਈ ਪਿਆਰ ਜਿਹੜਾ ਉਹ ਜ਼ਿਆਦਾ ਵੱਧਦਾ ਹੈ। ਦੂਰ ਹੋਣਾ ਜ਼ਰੂਰੀ ਹੈ ਪਿਆਰ ਵਾਸਤੇ। ਅਤੇ ਡਾਕਟਰ ਸਾਹਿਬ ਗੱਲ ਅਸੀਂ ਸ਼ੁਰੂ ਕਰੀਏ ਭਾਰਤ ਦੀ, ਪੰਜਾਬ ਦੀ ਵੀ ਬਾਅਦ 'ਚ ਕਰਦੇ ਹਾਂ। ਭਾਰਤ ਦਾ ਇੱਕ ਬੜਾ ਗਰਮ ਵਿਸ਼ਾ ਜਿਹੜਾ ਹੈਗਾ, ਜਿਹੜੀ ਕਿ ਮੈਂ ਲਾਈਵ ਕਾਲਾਂ ਵੀ ਜਦੋਂ ਲੈਂਦਾ ਤਾਂ ਮੇਰਾ ਚਾਹੇ ਕੋਈ ਵੀ ਵਿਸ਼ਾ ਹੋਵੇ ਅਤੇ ਉਸ ਪਾਸੇ ਸਾਡੇ ਦਰਸ਼ਕ ਜਿਹੜੇ ਨੇ, ਕਾਲਰ ਜਿਹੜੇ ਨੇ, ਉਹ ਗੱਲ ਲੈ ਹੀ ਜਾਂਦੇ ਨੇ। ਉਹ ਗੱਲ ਹੈ ਜੀ ਅਗਨੀਵੀਰ, ਅਗਨੀਪਥ ਇੱਕ ਫਿਲਮ ਆਈ ਸੀਗੀ, ਅਗਨੀਪਥ। ਅਗਨੀਪਥ ਦਾ ਮਤਲਬ ਆ ਵੀ ਅੱਗ ਦਾ ਕੋਈ ਵੀ ਜਿਹੜੀ ਜਗ੍ਹਾ, ਦਰਿਆ ਕਹਿ ਲਓ, ਅੱਗ ਦੀ ਜਗ੍ਹਾ, ਅਤੇ ਅਗਨੀਵੀਰ ਉਹ ਆ ਜਿਹੜਾ ਉਸ ਅੱਗ ਦੇ ਵਿੱਚ ਕੁੱਦਦਾ ਹੈ। ਅਤੇ ਸਾਡੀ ਭਾਰਤ ਸਰਕਾਰ ਨੇ ਇੱਕ ਅਗਨੀਪਥ ਬਣਾਏ ਆ ਜੀ ਯੋਜਨਾ, ਅਤੇ ਅਗਨੀਵੀਰ ਉਹਨਾਂ ਦੇ ਨਾਂ ਰੱਖੇ ਨੇ। ਅਤੇ 17 ਤੋਂ 21 ਸਾਲ ਤੱਕ ਦੀ, 17.5 ਤੋਂ 21-22 ਸਾਲ ਤੱਕ ਦੀ, 21 ਸਾਲ ਤੱਕ ਦੀ ਉਮਰ ਜਿਹੜੀ ਉਹ 'ਚ ਹੈਗੀ ਆ। ਅਤੇ ਉਹਦਾ ਵਿਰੋਧ ਬਹੁਤ ਹੋ ਰਿਹਾ
ਤੇ ਉਹ ਜੋ ਸੈਨਾ ਆ ਜਾਂ ਸਰਕਾਰ ਕਹਿੰਦੀ ਹੈ ਜੀ ਇਹ ਤਾਂ ਹੋ ਕੇ ਰਹੇਗਾ, ਕਿਸੇ ਨੇ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਇਹ ਅਗਨੀਪਥ ਤੇ ਅਗਨੀਵੀਰ ਕੀ ਹੈ ਤੇ ਸਰਕਾਰ ਦਾ ਇਹਦਾ ਕੀ ਮਕਸਦ ਹੈ ਇਸ ਤਰ੍ਹਾਂ ਕਰਨ ਦੇ ਵਿੱਚ? ਦੇਖੋ ਭਾਜੀ, ਇਹ ਵਾਕਈ ਬੜਾ ਹਾਟ ਮੁੱਦਾ ਉੱਥੇ ਅੱਜ ਕੱਲ੍ਹ ਬਣਿਆ ਹੋਇਆ। ਇਹਦੇ ਨਾ ਦੋ ਪਹਿਲੂ ਨੇ ਦੇਖਣ ਦੇ। ਪਹਿਲਾਂ ਤਾਂ ਮੈਂ ਜਦੋਂ ਆਮ ਲੋਕਾਂ ਦੀ ਜਦੋਂ ਗੱਲਬਾਤ ਸੋਸ਼ਲ ਮੀਡੀਆ ਤੇ ਜਾਂ ਆਮ ਗੱਲਾਂ ਬਾਤਾਂ ਸੁਣਦੇ ਆ ਜੋ ਉੱਥੇ ਤੁਸੀਂ ਕਰਦੇ ਹੋ, ਇੱਕ ਉਹ ਪਹਿਲੂ ਆ। ਇੱਕ ਦੂਸਰਾ ਜਿਹੜਾ ਆਪਾਂ ਬਹੁਤਿਆਂ ਨੂੰ ਅਜੇ ਉਹਦੇ ਬਾਰੇ ਅਵੇਅਰਨੈਸ ਨਹੀਂ ਹੈਗੀ ਕਿਉਂਕਿ ਨਵੀਂ ਚੀਜ਼ ਹੋਣ ਕਰਕੇ। ਮੈਂ ਤੁਹਾਨੂੰ ਦੋਨੋਂ ਪਹਿਲੂ ਦੱਸਣਾ, ਸਾਡੇ ਜਿਹੜੇ ਦਰਸ਼ਕ ਆਪਣਾ ਮਨ ਆਪ ਬਣਾ ਸਕਦੇ ਜਾਂ ਤੁਸੀਂ ਆਪਾਂ ਡਿਸਕਸ ਵੀ ਕਰ ਸਕਦੇ ਹਾਂ। ਸੋ ਪਹਿਲਾ ਜਿਹੜਾ ਮੁੱਦਾ ਹੈ ਕਿ ਆਪਾਂ ਹਮੇਸ਼ਾ ਤੋਂ ਦੇਖਦੇ ਹਾਂ ਕਿ ਫੌਜ 'ਚ ਕੋਈ ਬੰਦਾ ਭਰਤੀ ਹੋ ਜਾਂਦਾ, ਉਹ ਰਿਟਾਇਰ ਫੌਜ 'ਚ ਹੁੰਦਾ 20-25 ਸਾਲ ਜਾਂ ਜਿੰਨੀ ਦੇਰ ਵੀ ਉਹਦੀ ਜੇ ਪ੍ਰਮੋਸ਼ਨ ਹੋ ਜਾਂਦੀ ਤੇ ਉਹ ਸਿਪਾਹੀ ਭਰਤੀ ਹੋ ਕੇ ਤੇ ਕੈਪਟਨ ਤੱਕ ਤੇ ਲੈਫਟੀਨੈਂਟ ਭਰਤੀ ਹੋ ਕੇ ਜਨਰਲ ਤੱਕ ਪਹੁੰਚ ਜਾਂਦੇ ਆ। ਇਹ ਅਸੀਂ ਸ਼ੁਰੂ ਤੋਂ ਦੇਖਦੇ ਆਏ ਆ ਤੇ ਲੋਕਾਂ ਨੂੰ ਇਹ ਚੇਂਜ ਜਿਹੜੀ ਆ ਨਾ ਇਹ ਖੜਕਦੀ ਹੈ ਤੇ ਕਈ ਮਜ਼ਾਕ ਵੀ ਆਉਂਦੇ ਆ ਕਿ ਵੀ 5 ਸਾਲ ਬਾਅਦ ਰਿਟਾਇਰ ਹੋ ਜਾਏਗਾ, 21 ਸਾਲ ਦਾ ਤਾਂ ਮੁੰਡਾ ਜੇ ਵਿਆਹ ਹੋ ਜੋਗਾ ਹੁੰਦਾ ਤੇ ਉਹਨੂੰ ਆਪਾਂ ਕੀ ਕਵਾਂਗੇ ਜੀ, ਕੁੜੀ ਵੀ ਲੱਭ ਰਿਹਾ ਮੁੰਡਾ ਰਿਟਾਇਰ ਹੈ, ਬੜਾ ਕੁਝ ਫੇਸਬੁੱਕ ਤੇ ਚੱਲਦਾ, ਸੋਸ਼ਲ ਮੀਡੀਆ ਤੇ ਜੀ। ਹਾਂਜੀ ਇਹ ਇੱਕ ਪਹਿਲੂ ਆ ਕਿਉਂਕਿ ਆਪਾਂ ਉਹਨੂੰ ਨਹੀਂ ਦੇਖਿਆ ਹੋਇਆ। ਤੇ ਕੋਈ ਵੀ ਚੀਜ਼ ਜਦੋਂ ਚੇਂਜ ਹੁੰਦੀ ਆ ਉਹਦੇ ਪੋਜ਼ਿਟਿਵ ਨੈਗੇਟਿਵ ਜਿਹੜੇ ਹੁੰਦੇ ਆ। ਇਹਦਾ ਇੱਕ ਹੋਰ ਦੂਜਾ ਪਾਸਾ ਜਿਹੜਾ ਉਹ ਵੀ ਆਪਾਂ ਨੂੰ ਵਿਚਾਰਨਾ ਚਾਹੀਦਾ, ਉਹ ਇਹ ਹੈ ਕਿ ਜਦੋਂ ਤੁਸੀਂ ਜਿਹੜੀ ਇਹ ਸਕੀਮ ਹੈ ਜਿਹਦੇ ਵਿੱਚ 4 ਸਾਲ ਦਾ ਉਹਨਾਂ ਨੇ ਕਿਹਾ ਕਿ 4 ਸਾਲ ਬਾਅਦ ਜਿੰਨੇ ਭਰਤੀ ਹੋਏ ਹੋਣਗੇ ਉਹਨਾਂ ਚੋਂ 25% ਨੂੰ ਪਰਮਨੈਂਟ ਕੀਤਾ ਜਾਊਗਾ, 75% ਨੂੰ ਆਪਾਂ ਵਾਪਸ ਭੇਜਾਂਗੇ ਜੀ। ਮੈਂ ਤੁਹਾਨੂੰ ਦੱਸਦਾ ਕਿ ਬਹੁਤ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਪੋਪੂਲੇਸ਼ਨ ਦੇ ਵਿੱਚੋਂ ਕਈ ਕੰਟਰੀ ਦੇ ਵਿੱਚ ਹਰ ਇੱਕ ਨੌਜਵਾਨ ਨੂੰ ਆਰਮੀ ਜਾਂ ਭਰਤੀ ਹੋਣਾ ਪੈਂਦਾ, ਕਈਆਂ 'ਚ 2 ਸਾਲ ਲਈ। ਮਿਡਲ ਈਸਟਰਨ ਕੰਟਰੀ ਦੇ ਵਿੱਚ ਸਾਰਿਆਂ 'ਚ 4 ਸਾਲ ਜਾਂ 5 ਸਾਲ ਦਾ। ਈਵਨ ਅਮਰੀਕਾ ਦੇ ਵਿੱਚ ਵੀ ਨਾ ਜਿਹੜੇ ਭਰਤੀ ਕਰਦੇ ਆ ਇਹਨਾਂ ਨੂੰ 5 ਸਾਲ ਲਈ ਕੀਤਾ ਜਾਂਦਾ ਤੇ ਫਿਰ ਆਪਸ਼ਨ ਇਹਨਾਂ ਨੂੰ ਦਿੱਤੀ ਜਾਂਦੀ ਹੈ ਕਿ ਤੁਸੀਂ 3 ਸਾਲ ਹੋਰ ਕਰਨਾ ਹੈ। ਇੱਕ ਤੇ 20-30 ਸਾਲ ਵਾਲਾ ਪਰਮਨੈਂਟ ਜਿਹੜਾ ਇੱਥੇ ਵੀ ਨਹੀਂ ਹੈਗਾ। ਹੁਣ ਇਹਦੇ ਫਾਇਦੇ ਨੁਕਸਾਨ, ਪਹਿਲਾ ਤਾਂ ਫਾਇਦਾ ਤੇ ਨੁਕਸਾਨ ਤਾਂ ਆਮ ਜਦੋਂ ਬੱਚਾ ਭਰਤੀ ਹੁੰਦਾ ਉਹਦੇ ਲਈ ਸੈੱਟ ਹੋ ਗਿਆ, ਜਿਵੇਂ ਆਪਣੀ ਸਰਕਾਰੀ ਨੌਕਰੀ ਮਿਲਣ ਵਾਲੀ ਗੱਲ ਹੋ ਜਾਂਦੀ ਹੈ। ਜੇ ਆਪਾਂ ਇਹਨੂੰ ਦੂਸਰਾ ਪਹਿਲੂ ਦੇਖੀਏ ਜਗੀ ਸਾਹਿਬ, ਤੁਸੀਂ ਦੇਖੋ ਜਿਹੜੇ ਫੌਜੀ ਰਿਟਾਇਰ ਬੰਦੇ ਹੁੰਦੇ ਨਾ ਉਹਨਾਂ ਦੀ ਕਿੰਨੀ ਰਿਸਪੈਕਟ ਤੇ ਕਿੰਨੀ ਉਹਨਾਂ ਦੀ ਡਿਮਾਂਡ ਹੁੰਦੀ ਆ ਹੋਰ ਜੌਬਾਂ ਦੇ ਵਿੱਚ। ਤੁਸੀਂ ਦੇਖੋ ਜਿਹੜੇ ਰਿਟਾਇਰਡ ਫੌਜੀ ਬੰਦੇ ਆ ਉਹ ਪਿੰਡਾਂ ਦੇ ਸਰਪੰਚ ਜਾਂ ਪੰਚ ਬਣ ਕੇ ਬਹੁਤ ਵਧੀਆ ਕੰਮ ਕਰਦੇ ਆ। ਉਹ ਚਾਹੇ ਕੋਈ ਵੀ ਕੰਮ ਕਰਨ, ਉਹਨਾਂ ਨੂੰ ਬੈਂਕਾਂ ਦੇ ਸਿਕਿਉਰਿਟੀ ਗਾਰਡ ਭਾਵੇਂ ਕਹਿ ਲਓ ਜਾਂ ਆਪਣੇ ਵੀ ਕੰਮ ਕਰਦੇ ਆ ਜਾਂ ਕਈ ਮੁੰਡੇ ਆ ਕੇ ਟੈਕਸੀਆਂ ਦਾ ਵੀ ਕੰਮ, ਉਹਨਾਂ ਤੇ ਜ਼ਿਆਦਾ ਟਰਸਟ ਕਰਦੇ ਆ ਕਿਉਂਕਿ ਉਹ ਫੌਜ 'ਚ ਨਾ ਡਿਸਿਪਲਿਨ ਸਿੱਖ ਕੇ ਆਉਂਦੇ ਆ। ਓਨੈਸਟੀ, ਡਿਸਿਪਲਿਨ, ਹਾਰਡ ਵਰਕ, ਪੰਕਚੁਅਲਿਟੀ, ਟਾਈਮ ਤੇ ਕੰਮ ਕਰਨਾ, ਜ਼ਿੰਮੇਵਾਰੀ ਨੂੰ ਜ਼ਿੰਮੇਵਾਰੀ ਸਮਝਣਾ, ਤੇ ਉਹ ਜਿਹੜੀ ਆਮ ਲੋਕਾਂ 'ਚ ਉਹ ਮਿਸਿੰਗ ਹੁੰਦੀ ਹੈ। ਹੁਣ ਜਿਹਨੂੰ ਆਪਾਂ ਦੂਸਰੀ ਤਰ੍ਹਾਂ ਦੇਖੀਏ ਕਿ 4 ਸਾਲ 'ਚ ਕੋਈ ਭਰਤੀ ਹੋ ਜਾਂਦਾ ਮੁੰਡਾ ਸਪੋਜ਼, ਪਹਿਲੀ ਗੱਲ ਤਾਂ ਉਹਦੇ ਕੋਲ ਚਾਂਸਸ ਆ ਵੀ ਉਹ 25% ਆ ਜਾਏ ਤੇ ਉਹ ਜੇ ਉਹ ਪਰਮਨੈਂਟ ਹੋ ਜਾਂਦਾ ਇਹਦਾ ਮਤਲਬ ਵੀ ਉਹਦੇ 'ਚ ਪੋਟੈਂਸ਼ੀਅਲ ਆ ਅੱਗੇ ਹੋਰ ਵੀ ਰਾਈਜ਼ ਕਰਨ। ਸਪੋਜ਼ ਉਹ ਘਰ ਆ ਜਾਂਦਾ ਵਾਪਸ, ਜਿਹੜੇ 75% ਜਿਹਨਾਂ ਨੇ ਘਰਾਂ ਨੂੰ ਟੈਂਪਰੇਰੀ ਭੇਜਣਾ, ਉਹਦੇ ਕੋਲ ਹੋਰ ਜੌਬਸ ਦੀ ਓਪਰਚੁਨਿਟੀ ਵੀ ਹੋਏਗੀ ਜਿਹੜੀ ਉਹ ਪਹਿਲਾਂ 4 ਸਾਲ ਪਹਿਲਾਂ ਨਹੀਂ ਸੀ। ਬਾਕੀ ਭਾਵੇਂ ਉਹ ਸਰਕਾਰੀ ਤੌਰ ਤੇ ਰਿਜ਼ਰਵੇਸ਼ਨ ਹੋਵੇ ਨਾ ਹੋਵੇ, ਪ੍ਰਾਈਵੇਟ ਜੌਬਸ ਜਿਹੜੀਆਂ ਨੇ ਨਾ ਉਹ ਵੀ ਰਿਟਾਇਰਡ ਫੌਜੀ ਬੰਦਿਆਂ ਨੂੰ ਪ੍ਰੈਫਰ ਕਰਦੇ ਆ। ਦੂਸਰਾ, ਜਦੋਂ ਉੱਥੇ ਤੁਸੀਂ 4-5 ਸਾਲ ਰਹਿਣਾ, ਹੋਰ ਵੀ ਕਈ ਕੰਮਾਂ ਦੀ ਸਿਖਲਾਈ ਮਿਲਣੀ ਹੈ। ਚਲੋ ਹਥਿਆਰਾਂ ਦੀ ਸਿਖਲਾਈ ਇੱਕ ਚੀਜ਼ ਹੈ, ਪਰ ਉਹ ਸਕਿੱਲ ਜੌਬਸ ਜਿਹੜੀਆਂ ਨਾ ਉਹ ਵੀ ਸਿਖਾਉਣਗੇ ਵੀ ਜਿਹੜੇ ਤੁਸੀਂ ਘਰ ਜਾ ਕੇ ਆਪਣੇ ਜਾਂ ਪਿੰਡ ਵਾਪਸ ਜਾ ਕੇ ਜਿਹੜੇ ਆਪਣੇ ਕੰਮ ਤੁਸੀਂ ਆਪ ਕਰ ਸਕਦੇ ਹੋ। ਸੋ ਇਦਾਂ ਦੇ ਬਹੁਤ ਹੋਰ ਵੀ ਜਿਹੜੇ ਉਹ ਫਾਇਦੇ ਹੋ ਸਕਦੇ। ਇਸ ਕਰਕੇ ਜਿਹੜਾ ਬਿਲਕੁਲ ਇਹਨੂੰ ਨਕਾਰਨਾ ਨਹੀਂ ਚਾਹੀਦਾ। ਇਹਨੂੰ ਜੇ ਆਪਾਂ ਦੂਸਰੇ ਤਰੀਕੇ ਨਾਲ ਦੇਖੀਏ ਤਾਂ ਹੋ ਸਕਦਾ ਕਿ ਸਾਡੀ ਆਮ ਜਿਹੜੀ ਪੋਪੂਲੇਸ਼ਨ ਆ ਉਹਦੇ 'ਚ ਥੋੜਾ ਸੁਧਾਰ ਹੋ ਸਕੇ। ਇਹ ਇੱਕ ਦੂਜਾ ਪਹਿਲੂ ਇਸ ਦੀ ਗੱਲ ਨਹੀਂ। ਇਹਦੇ 'ਚ ਡਾਕਟਰ ਸਾਹਿਬ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਉਹ ਰਿਟਾਇਰਮੈਂਟ ਦੀ ਜਿਹੜੀ ਅਸੀਂ ਗੱਲ ਕੀਤੀ, ਜਿਹੜੇ ਫੌਜੀ ਹੁਣ ਨੈਚੁਰਲ ਰਿਟਾਇਰ ਹੋ ਰਹੇ ਉਹਨਾਂ ਦੀ ਜਿਹੜੀ ਪੁੱਛਗਿੱਛ ਵੱਧਦੀ ਆ। ਅਮਰੀਕਾ ਦੀ ਜੇ ਗੱਲ ਕਰੀਏ ਤਾਂ ਮੈਂ ਇਹ ਸੁਣਿਆ ਸੀ ਕਿ ਅਮਰੀਕਾ ਦੇ ਵਿੱਚ ਅਗਰ ਆਪਾਂ ਕੋਈ ਵੀ ਕਾਲਮ ਭਰਦੇ ਆ ਕਿ ਚਾਹੇ ਲਾਇਸੈਂਸ ਬਣਾਉਣਾ ਜਾਂ ਕੁਛ ਕਰਨਾ, ਬਿਜ਼ਨਸ ਕਰਨਾ, ਕੁਛ ਕਰਨਾ, ਤੇ ਉਹਦੇ 'ਚ ਇੱਕ ਕਾਲਮ ਆਉਂਦਾ ਹੈ, ਲਾਈਨ ਆਉਂਦੀ ਹੈ ਵੀ ਕੀ ਤੁਸੀਂ ਆਰਮੀ ਦੇ ਵਿੱਚ ਜਿੱਦਾਂ ਨੌਕਰੀ ਕੀਤੀ ਹੈ। ਤੇ ਕਹਿੰਦੇ ਇਹ ਕਿਹਾ ਜਾਂਦਾ ਕਿ ਮੈਨੂੰ ਸਾਡੇ ਕੋਈ ਕਾਲਰ ਦੱਸਦੇ ਸੀਗੇ ਵੀ ਜਿਹਦਾ ਯੈਸ ਲਿਖਤਾ ਉੱਥੇ ਟਿਕ ਕੀਤਾ ਉਹਨੂੰ ਸਹੂਲਤਾਂ ਬਹੁਤ ਮਿਲਦੀਆਂ, ਉਹਨੂੰ ਲੋਨ ਸਸਤੇ ਮਿਲਦੇ ਨੇ,
ਉਹਨੂੰ ਜੌਬ ਵਾਲੇ ਉਹਨੂੰ ਵੱਧ ਕਰਦੇ ਨੇ, ਉਹਨੂੰ ਈਵਨ ਸਟੋਰਾਂ ਵਾਲੇ ਹੋਰ ਡਿਸਕਾਊਂਟ ਦਿੰਦੇ ਨੇ। ਅਗਰ ਇਹ ਗੱਲ ਭਾਰਤ ਦੇ ਵਿੱਚ ਲਾਗੂ ਹੋ ਜਾਂਦੀ ਫਿਰ ਤਾਂ ਹੈਗੀ ਠੀਕ, ਪਰ ਇਹੋ ਜਿਹਾ ਉਹਨਾਂ ਨੇ ਕੁਝ ਨਹੀਂ ਕਿਹਾ ਕਿ ਕੀ ਬੈਨੀਫਿਟਸ ਉਹਨੂੰ ਮਿਲਣਗੇ। ਭਾਜੀ ਕਿਹਾ ਉਹਨਾਂ ਨੇ 2-3 ਚੀਜ਼ਾਂ ਤਾਂ ਵੈਸੇ ਨਾਲ ਹੀ ਡਿਕਲੇਅਰ ਕੀਤੀਆਂ। ਇੱਕ ਤਾਂ ਉਹਨਾਂ ਨੇ ਕਿਹਾ ਜਿਹੜਾ ਫੌਜੀਆਂ ਦੀ ਕੰਟੀਨ ਹੁੰਦੀ ਹੈ ਉਹ ਤੁਹਾਨੂੰ ਸਹੂਲਤ ਜਿਹੜੇ ਆ 4 ਸਾਲ ਬਾਅਦ ਆਉਣਗੇ ਉਹਨਾਂ ਨੂੰ ਵੀ ਸਾਰੀ ਉਮਰ ਮਿਲੇਗੀ। ਇਹ ਇੱਕ ਬੜੀ ਵੱਡੀ ਜਿਹੜੀ ਹੈਗੀ ਆ ਇੱਕ ਸਹੂਲਤ ਹੈਗੀ ਆ, ਆਪਾਂ ਨੂੰ ਪਤਾ ਹੈ ਕਿ ਬਾਕੀ ਲੋਕ ਵੀ ਉਹਦਾ ਫਾਇਦਾ ਲੈਂਦੇ ਆ। ਦੂਸਰਾ ਉਹਨਾਂ ਨੇ ਕਈ ਹੋਰ ਭਰਤੀਆਂ ਜਿਵੇਂ CRPF ਜਾਂ ਉਹਨਾਂ ਨੇ ਕਿਹਾ ਈਵਨ ਕਈ ਸਟੇਟ ਗਵਰਨਮੈਂਟ ਦੀਆਂ ਜੌਬਸ ਨੇ, ਹਰਿਆਣਾ ਨੇ ਕਿਹਾ ਕਿ ਅਸੀਂ ਆਪਣੇ ਬਾਕੀ ਸਰਕਾਰੀ ਜੌਬਾਂ ਦੇ ਵਿੱਚ ਅਗਨੀਵੀਰ ਜਿਹੜੇ ਉਹਨਾਂ ਨੂੰ ਪ੍ਰੈਫਰ ਕਰਾਂਗੇ। ਸੋ ਇਹ ਕਈ ਸਟੇਟ ਇਹ ਪ੍ਰੈਫਰੈਂਸ ਜਿਹੜੀਆਂ ਇਹ ਡਿਸਕਾਊਂਟ ਨੇ ਇਹ ਈਜ਼ੀ ਹੈ, ਇਹਨਾਂ ਨੂੰ ਜ਼ਰੂਰ ਉਹਨੂੰ ਡਿਕਲੇਅਰ ਕਰਨਾ ਚਾਹੀਦਾ ਤੇ ਜੇ ਡਿਮਾਂਡ ਹੋਏਗੀ ਤਾਂ ਉਹ ਕਰ ਵੀ ਦੇਣਗੇ। ਸੋ ਇਹ ਥੋੜਾ ਜਿਹਾ ਤਾਂ ਹੋਇਆ। ਸੋ ਇਹ ਹੈ ਕੁਝ ਐਡਵਾਂਟੇजेस, ਪਰ ਮੇਰੇ ਖਿਆਲ ਨਾਲ ਜੇ ਕਨਫਿਊਜ਼ਨ ਜ਼ਿਆਦਾ, ਕਲੈਰਿਟੀ ਘੱਟ। ਕਨਫਿਊਜ਼ਨ ਜ਼ਿਆਦਾ ਹੈ। ਇਹ ਕਈ ਵਾਰੀ ਇਉਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਤੇ ਲੱਗਦਾ ਵੀ ਇਉਂ ਆ ਕਈ ਵਾਰੀ ਵੀ ਜਿਵੇਂ ਭਾਰਤ ਸਰਕਾਰ ਨੇ, ਮੋਦੀ ਸਰਕਾਰ ਨੇ ਪਹਿਲਾਂ ਨੋਟਬੰਦੀ ਦਾ ਫੈਸਲਾ ਇੱਕਦਮ ਲਿਆ ਤੇ ਉਹ ਰਾਤੋਂ ਰਾਤ ਲਿਆ ਤੇ ਉਹ ਥੋਪਿਆ, ਤੇ ਫਿਰ GST ਦੀ ਗੱਲ ਆ ਗਈ, ਫਿਰ ਕਿਸਾਨ ਅੰਦੋਲਨ ਦੀ ਆ ਗਈ, ਜਿਹੜੇ ਬਿੱਲ ਕੀਤੇ ਸੀ ਉਹਨਾਂ ਨੇ ਚਲੋ ਹੁਣ ਵਾਪਸ ਲੈ ਲਏ। ਹੁਣ ਉਹ ਇੱਕਦਮ ਲਿਆ ਕੇ ਸਿਰ ਦੇ ਉੱਪਰ ਜਿਹੜੀ ਥੋਪ ਦਿੰਦੇ ਚੀਜ਼, ਮਤਲਬ ਪ੍ਰਪੇਅਰ ਨਹੀਂ ਕਰਦੇ ਪਹਿਲਾਂ ਲੋਕਾਂ ਨੂੰ ਇੱਕ ਆਹ ਚੀਜ਼ ਅਸੀਂ ਲਿਆਉਣੀ ਆ, ਤੇ ਇਹ ਕਿੰਨੀ ਕੁ ਜ਼ਰੂਰੀ ਹੈ ਸਰਕਾਰਾਂ ਲਈ ਜੀ? ਇਹ ਭਾਜੀ ਇਹਦੇ ਵਿੱਚ ਨਾ ਥੋੜੀ ਜੀ ਇਹ ਭਾਵੇਂ ਫੈਸਲਾ ਇਹਨਾਂ ਦਾ ਇੱਕਦਮ ਹੈ, ਪਰ ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਨਾ ਘੱਟੋ ਘੱਟ 25-30 ਸਾਲ ਤੋਂ ਚੱਲ ਰਹੀ। ਅੱਛਾ ਜੀ। ਸਾਡੇ 1988 ਦੇ ਵਿੱਚ ਮੇਰੇ ਖਿਆਲ ਪਹਿਲੀ ਜਦ ਸ਼ੁਰੂਆਤ ਹੋਈ ਸੀ ਗੱਲ ਜਿਹੜੀ ਗਵਰਨਮੈਂਟ ਲੈਵਲ ਤੇ ਸੀ। ਮੈਂ ਆਪਣੇ 1-2 ਰਿਟਾਇਰਡ ਫੌਜੀਆਂ ਨਾਲ ਗੱਲਬਾਤ ਕੀਤੀ ਸੀ ਇਹਦੇ ਬਾਰੇ ਕਿ ਉਹ ਕੀ ਸੋਚਦੇ ਆ ਜੀ, ਤੇ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਜਦੋਂ ਫੌਜ ਤੇ ਗੱਲ ਹੋ ਰਹੀ ਸੀ ਕਿ ਇਦਾਂ ਦਾ ਇੱਕ ਕਾਨੂੰਨ ਆ ਜਾਣਾ ਕਿ ਜਿਹਦੇ ਵਿੱਚ ਇਹ ਨਹੀਂ ਕਿ ਤੁਸੀਂ ਸਾਰੀ ਉਮਰ ਹੀ ਰਹੋ, ਥੋੜੇ ਸਾਲ ਲਈ ਹੋਏਗਾ। ਸੋ ਇਹ ਗੱਲਬਾਤ ਤਾਂ ਕਾਫੀ ਦੇਰ ਦੀ ਚੱਲ ਰਹੀ ਹੈ। ਇਵਨ ਡਿਫੈਂਸ ਦੀ ਜਿਹੜੀ ਉਹਨਾਂ ਜਿਹੜੇ ਰਿਟਾਇਰਡ ਫੌਜੀ ਨੂੰ ਮੈਜੋਰਿਟੀ ਇਸ ਗੱਲ ਨੂੰ ਚੰਗਾ ਸਮਝਦੇ ਆ, ਕਿਉਂਕਿ ਤੁਸੀਂ ਆਮ ਦੇਖਣੋ ਆਮ ਕਹਿੰਦੇ ਵੀ ਜਿਹੜੇ ਸਿਵਲੀਅਨ ਆ ਇਹਨਾਂ ਨੂੰ ਡਿਸਪਲਿਨ ਨਹੀਂ ਆਉਂਦਾ, ਇਹਨੂੰ ਆਹ ਨਹੀਂ ਆਉਂਦਾ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਯਾਰ 2-4 ਸਾਲ ਦੀ ਫੌਜ ਚਲਾਏ ਹੁਣ ਤੇ ਸਿੱਧੇ ਹੋ ਜਾਣ। ਸੋ ਆਮ ਤੌਰ ਤੇ ਕਹਿੰਦੇ ਉਹ ਇਸ ਹੱਕ ਚ ਨੇ ਕਿ ਇਹ ਠੀਕ ਫੈਸਲਾ ਹੈਗਾ। ਇੱਕਦਮ ਤਾਂ ਨਹੀਂ ਹੋਇਆ। ਹੁਣ ਚੱਕਰ ਇਹ ਵੀ ਤੁਸੀਂ ਜਦੋਂ ਸਲਾਹ ਕਰਦੇ ਹੋ ਤੇ ਸਲਾਹ ਕਿਹਨਾਂ ਨਾਲ ਕਰੋਗੇ? ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਦੀ ਸਲਾਹ ਵੋਟਾਂ ਨਾਲ ਰਿਲੇਟਡ ਹੁੰਦੀ ਆ, ਉਹਨਾਂ ਨੇ ਉਹਨਾਂ ਦਾ ਆਪਣਾ ਨਹੀਂ, ਉਹਨਾਂ ਨੇ ਸੋਚਣਾ ਦੇਖਣਾ ਵੀ ਮੇਰੇ ਹਲਕੇ 'ਚ ਕੀ ਇਹਦਾ ਹੋਏਗਾ। ਜਿਹੜੇ ਬੰਦੇ ਭਰਤੀ ਹੋਣ ਵਾਲੇ ਉਹ ਤਾਂ ਕਹਿਣਗੇ ਸਾਨੂੰ ਪਰਮਨੈਂਟ ਭਰਤੀ ਕਰੋ। ਇਹ ਸਿਰਫ ਜੇ ਸਲਾਹ ਲਈ ਜਾ ਸਕਦੀ ਤੇ ਡਿਫੈਂਸ ਜਿਹੜੇ ਪਰਸਨਲ ਹੈਗੇ ਆ ਉਹਨਾਂ ਦੀ ਲਈ ਜਾ ਸਕਦੀ। ਕਰੰਟ ਨੇ, ਪ੍ਰੀਵੀਅਸ ਨੇ, ਉਹ ਮੈਨੂੰ ਵੈਰੀਫਿਕੇਸ਼ਨ ਨਹੀਂ ਹੈ ਕਿ ਇਹਨਾਂ ਨੇ ਕੁਝ ਕੀਤਾ ਜਾਂ ਨਹੀਂ, ਪਰ ਹੋਪਫੁਲੀ ਇਹਨਾਂ ਨੇ ਕੀਤਾ ਹੋਵੇ। ਉਹ ਹੀ ਇੱਕ ਡਿਪਾਰਟਮੈਂਟ ਹੈਗਾ ਜਿਨ੍ਹਾਂ ਤੇ ਉਹਨਾਂ ਨੂੰ ਸਲਾਹ ਕਰਨ ਦੀ ਲੋੜ ਸੀ। ਬਾਕੀ ਤਾਂ ਤੁਸੀਂ ਦੇਖੋ ਜਿੰਨੇ ਜ਼ਿਆਦਾ ਬੰਦੇ ਉਨੀਆਂ ਗੱਲਾਂ, ਇਸ ਤੇ ਫੈਸਲੇ ਇਦਾਂ ਹੋ ਨਹੀਂ ਸਕਦੇ ਸੀ ਜੀ। ਤੇ ਬਿਲਕੁਲ, ਤੇ ਨਾਲ ਦੀ ਨਾਲ ਕਿਹਾ ਇਹ ਵੀ ਜਾਂਦਾ ਹੈਗਾ ਕਿ ਭਈ ਜਿਵੇਂ ਰੈਜੀਮੈਂਟ ਨੇ ਪਹਿਲਾਂ ਅਲੱਗ-ਅਲੱਗ, ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ, ਅਲੱਗ-ਅਲੱਗ ਰੈਜੀਮੈਂਟ ਨੇ, ਤੇ ਜਦੋਂ ਉਹ ਜਾਂਦੇ ਨੇ ਜੰਗ ਲੜਨ ਵਾਸਤੇ ਤਾਂ ਉਹਨਾਂ ਦੇ ਵਿੱਚ ਜੋਸ਼ ਜਿਹੜਾ ਉਹਨਾਂ ਦੀ ਕੌਮ ਦੇ ਜਿਹੜੇ ਜੈਕਾਰੇ ਨੇ ਜਾਂ ਨਾਅਰੇ ਨੇ ਉਹ ਭਰਦੀ ਹੈ। ਤੇ ਇਹਦੇ ਵਿੱਚ ਸਾਰੇ ਜਦੋਂ ਮਿਕਸ ਹੋਣਗੇ ਤੇ ਇਹਨਾਂ ਨੂੰ ਕਿਵੇਂ ਮਿਲੇਗਾ ਹੌਸਲਾ, ਕਿਵੇਂ ਇੱਕਦਮ ਇਹਨਾਂ ਜੋਸ਼ ਆਏਗਾ? ਇਹ ਵੀ ਇੱਕ ਸਵਾਲ ਸੀਗਾ। ਇਹ ਬਿਲਕੁਲ ਮੈਂ ਤੁਹਾਡਾ 100% ਐਗਰੀ ਕਰਦਾ। ਜਿਹੜੀ ਸਿੱਖ ਰੈਜੀਮੈਂਟ ਦਾ ਇਤਿਹਾਸ ਹੈ ਇਹ ਉਸ ਜਾਂ ਗੋਰਖਾ ਰੈਜੀਮੈਂਟ ਦੀ ਆ, ਮਰਾਠਿਆਂ ਦੀ ਆ, ਜਿਨ੍ਹਾਂ ਨੇ ਪੁਰਾਣੀਆਂ ਲੜਾਈਆਂ ਦੇ ਬਹੁਤ ਪਰਮਵੀਰ ਚੱਕਰ, ਉਹ ਇੱਕੋ ਨਾ ਜਿੱਦਾਂ ਆਪਾਂ ਨੂੰ ਸਾਨੂੰ ਆਪਣੇ ਇਤਿਹਾਸ ਤੇ ਇੰਨਾ ਮਾਣ ਹੈ। ਬਿਲਕੁਲ, ਸਿੱਖ ਹਿਸਟਰੀ ਪੜ੍ਹਦਿਆਂ ਬੰਦਾ ਜੋਸ਼ ਚ ਆ ਜਾਂਦਾ। ਤੇ ਇੱਦਾਂ ਹੀ ਜਿਹੜੇ ਇਹਨਾਂ ਰੈਜੀਮੈਂਟਸ ਦੇ ਵਿੱਚ ਸਿਪਾਹੀ ਭਰਤੀ ਹੁੰਦੇ ਨੇ ਜਾਂ ਆਫੀਸਰ ਨੇ, ਉਹ ਆਪਣੀ ਹਿਸਟਰੀ ਦੇਖ ਕੇ ਉਹਨਾਂ ਨੂੰ ਵੀ ਹੁੰਦਾ ਇਹ ਬਿਲਕੁਲ ਇਹ ਕਿਸ ਤਰ੍ਹਾਂ ਜੇ ਰਹਿ ਸਕਦਾ ਹੋਵੇ ਤਾਂ ਚੰਗਾ। ਇਹਦਾ ਇੱਕ ਹੋਰ ਪਹਿਲੂ ਇਸ ਗੱਲ ਦਾ ਇਹ ਹੈ ਸਾਰਿਆਂ ਨੂੰ ਇਕੱਠੇ ਕਰਨ ਦਾ, ਤੁਸੀਂ ਸ਼ਾਇਦ ਨੋਟ ਕੀਤਾ ਹੋਵੇ, ਜਿਹੜੀ ਸਾਡੇ ਪਿਛਲੇ ਕੁਝ ਸਾਲਾਂ ਤੋਂ ਅਸੀਂ ਜਦੋਂ ਛੋਟੇ ਹੁੰਦੇ ਸੀ ਸਾਡੇ ਹਰ ਇੱਕ ਪਿੰਡ ਦੇ ਵਿੱਚੋਂ ਫੌਜੀ ਜ਼ਿਆਦਾ ਹੁੰਦੇ ਸੀ, ਹੁਣ ਉਹਨੇ ਨਹੀਂ ਭਰਤੀ ਹੁੰਦੇ। ਉਹਦਾ ਇੱਕ ਕਾਰਨ ਇਹ ਦੱਸਿਆ ਗਿਆ ਸੀ ਕਿ ਜਿਵੇਂ ਪਹਿਲਾਂ ਸਟੇਟਾਂ ਦੀ ਜਦੋਂ ਪਰਸੈਂਟੇਜ ਹੁੰਦੀ ਸੀ ਨਾ, ਤੇ ਪੰਜਾਬ ਦੇ ਕਿਉਂਕਿ ਪਾਰਟੀ ਤੋਂ ਪਹਿਲਾਂ ਵੀ ਬ੍ਰਿਟਿਸ਼ ਗਵਰਨਮੈਂਟ ਵੀ ਬੜੇ ਬਹਾਦਰ ਮੰਨੇ ਜਾਂਦੇ ਸੀ, ਤੇ ਇਹਨਾਂ ਸਾਡੀ ਪਰਸੈਂਟੇਜ ਪੰਜਾਬ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਜ਼ਿਆਦਾ ਸੀ ਜੀ।
ਇਹਨਾਂ ਨੇ ਫਿਰ ਇੱਕ ਇਹਨਾਂ ਨੇ ਕਾਨੂੰਨ ਲਿਆਂਦਾ ਸੀ ਵੀ ਪਰਸੈਂਟੇਜ ਪੋਪੂਲੇਸ਼ਨ ਦੇ ਹਿਸਾਬ ਨਾਲ ਕਰਤੀ ਵੀ ਚਲੋ ਜੇ ਪੰਜਾਬ ਦੀ ਪੋਪੂਲੇਸ਼ਨ ਇੰਡੀਆ ਦੀ 3% ਆ ਤੇ ਆਰਮੀ ਵੀ 3% ਹੀ ਹੋਏਗੀ ਪੰਜਾਬ 'ਚੋਂ। ਸੋ ਉਹਦੇ ਨਾਲ ਸਾਡੇ ਪੰਜਾਬ ਦੇ ਵਿੱਚੋਂ ਕਾਫੀ ਲੇਟਲੀ ਘੱਟ ਇਹਦੇ ਬਾਰੇ ਆਬਜੈਕਸ਼ਨ ਵੀ ਕੀਤਾ ਗਿਆ, ਟਾਈਮ ਟੂ ਟਾਈਮ ਗੱਲਬਾਤ ਵੀ ਹੁੰਦੀ ਰਹੀ ਸੀ ਵੀ ਪੰਜਾਬ 'ਚੋਂ ਭਰਤੀ ਘੱਟ ਹੁੰਦੇ ਆ, ਤੇ ਉਹਦੇ 'ਚ ਉਹਨਾਂ ਨੇ ਕਈ ਹੋਰ ਕਾਰਨ ਵੀ ਦਿੱਤੇ ਸੀ। ਕੁਝ ਸਾਡੇ ਅੱਜ ਕੱਲ੍ਹ ਨੌਜਵਾਨ ਵੀ ਉਨੇ ਮਿਹਨਤੀ ਪਿੱਛੇ ਜਾਂ ਨਹੀਂ ਸੀ, ਹੁਣ ਦੁਆਰਾ ਫਿਰ ਬਹੁਤ ਇੰਪਰੂਵਮੈਂਟ ਹੋਈ ਹੈ। ਸੋ ਇੱਕ ਗੱਲ ਹੈਗੀ ਜਿਹੜੀ ਪਤਾ ਕਰਨ ਦੀ ਲੋੜ ਹੈ ਕਿ ਜਦੋਂ ਸਾਰੇ ਹੋ ਜਾਂਦੇ ਆ ਵੀ ਸਟੇਟਾਂ ਦੀ ਪਰਸੈਂਟੇਜ ਨਾ ਰਵੇ, ਸਿਰਫ ਤੁਹਾਡੀ ਕੁਆਲੀਫਿਕੇਸ਼ਨ ਦੇ ਬੇਸ ਤੇ ਭਰਤੀ ਹੋਵੇ, ਤੇ ਮੈਂ ਤਾਂ ਕਹਾਂਗਾ ਕਿ ਪੰਜਾਬ ਦੀ ਗਿਣਤੀ ਪਹਿਲਾਂ ਨਾਲੋਂ ਫਿਰ ਦੁਆਰਾ ਵਧੇਗੀ। ਸੋ ਇਹ ਇਦਾਂ ਦਾ ਮੁੱਦਾ ਜਿਹੜਾ ਈਜ਼ੀਲੀ ਸੋਲਵ ਹੋ ਸਕਦਾ ਹੈ ਕਿ ਸਾਰੇ ਭਰਤੀ ਤਾਂ ਸਾਰੇ ਇੰਡੀਆ ਤੋਂ ਕਰਨ, ਪਰ ਜਿਹੜੀ ਰੈਜੀਮੈਂਟ ਆ, ਰੈਜੀਮੈਂਟਸ ਦੇ ਨਾਂ ਉੱਤੇ ਹੀ ਰਹਿਣ। ਇਹ ਹੋ ਸਕਦਾ ਵੀ ਜਿਹੜੇ ਬਹਾਦਰੀ ਚ ਆ, ਜਿਹੜੇ ਚੰਗੇ ਨੇ, ਉਹਨਾਂ ਨੂੰ ਮਿਕਸ ਕੀਤਾ ਜਾ ਸਕਦਾ ਜਿਵੇਂ ਹੋ ਸਕਦਾ। ਪਰ ਇਹ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਕਿ ਜਿਹੜੀ ਹਿਸਟਰੀ ਆ ਨਾ ਕਿਸੇ ਰੈਜੀਮੈਂਟ ਦੀ, ਉਹ ਬੜੀ ਇੰਪੋਰਟੈਂਟ ਆ। ਇਹ ਜੇ ਇਹਨੂੰ ਡਿਮੋਲਿਸ਼ ਨਾ ਕਰਨ ਤੇ ਚੰਗਾ, ਪਰ ਜੇ ਸਾਰੇ ਚੱਕਰ ਦੇ ਵਿੱਚ ਪੰਜਾਬ ਦੀ ਪਰਸੈਂਟੇਜ ਭਰਤੀ ਦੀ ਵੱਧਦੀ ਆ ਸਾਡੇ ਲਈ ਤੇ ਠੀਕ ਹੈ। ਬਾਕੀ ਥੋੜੀ ਜਿਹੀ ਗੱਲ ਇਹਦੇ ਬਾਰੇ ਹੋਰ ਕਰਾਂਗੇ ਅਸੀਂ ਬ੍ਰੇਕ ਤੋਂ ਬਾਅਦ। ਇੱਕ ਬ੍ਰੇਕ ਲੈਂਦੇ ਹਾਂ ਜੀ। ਡਾਕਟਰ ਸਾਹਿਬ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਤੇ ਬਾਕੀ ਫਿਰ ਅਸੀਂ ਪੰਜਾਬ ਦੇ ਵਾਲੇ ਪਾਸੇ ਵੀ ਜ਼ਰੂਰ ਜਾਵਾਂਗੇ। ਸਾਡੇ ਦਰਸ਼ਕ ਜਿਹੜੇ ਹੈਗੇ ਨੇ ਜੀ ਉਹ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਜੀ ਜਸ ਪੰਜਾਬੀ ਦੇ ਨਾਲ। ਅਸੀਂ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਜੁੜਾਂਗੇ ਤੇ ਬਾਕੀ ਗੱਲਾਂ ਜਿਹੜੀਆਂ ਡਾਕਟਰ ਸਾਹਿਬ ਨਾਲ ਕਰਾਂਗੇ। ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਤੇ ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਔਰ ਕਈ ਸਾਡੇ ਗੈਸਟ ਐਸੇ ਹੁੰਦੇ ਆ ਜਿਨ੍ਹਾਂ ਨਾਲ ਗੱਲ ਕਰਦੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ, ਗੱਲਾਂ ਇੰਨੀਆਂ ਵਧੀਆ ਹੁੰਦੀਆਂ। ਤੇ ਕਈ ਵਾਰੀ ਗੈਸਟ ਜੋ ਢਿੱਲਾ ਮੱਠਾ ਹੁੰਦਾ ਤੇ ਉਦੋਂ ਮੈਨੂੰ ਵੀ ਔਖਾ ਹੋ ਜਾਂਦਾ ਟਾਈਮ ਪਾਸ ਕਰਨਾ, ਵੀ ਇਹ ਹੁਣ ਅਜੇ ਆਪਾਂ ਘੰਟਾ ਗੱਲਾਂ ਕਰਨੀਆਂ। ਪਰ ਡਾਕਟਰ ਧੁੱਗਾ ਦੀ ਗੱਲ ਕਰੀਏ ਤਾਂ ਅਸੀਂ ਚਾਹੇ 2 ਘੰਟੇ ਵੀ ਕਿਸੇ ਟੌਪਿਕ 'ਤੇ ਗੱਲ ਕਰੀਏ ਤਾਂ ਵੀ ਉਹ ਨਹੀਂ ਲੱਗਦਾ ਕਿ ਅਸੀਂ ਕੁਛ ਗਲਤ ਕਰ ਰਹੇ ਹਾਂ ਜਾਂ ਅਸੀਂ ਉਹੀ ਡਿਲੇ ਕਰ ਰਹੇ ਹਾਂ। ਡਾਕਟਰ ਸਾਹਿਬ ਇੱਕ ਵਾਰ ਫਿਰ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਜੀ। ਤੇ ਮੈਂ ਇੱਕ ਸਵਾਲ ਇਹਦੇ ਨਾਲ ਰਿਲੇਟਡ ਹੋਰ ਕਰੂੰਗਾ ਤਾਂ ਉਸ ਤੋਂ ਬਾਅਦ ਅਸੀਂ ਪੰਜਾਬ ਵਾਲੇ ਪਾਸੇ ਚੱਲਦੇ ਹਾਂ। ਜਿਵੇਂ ਸਰਕਾਰ, ਮੋਦੀ ਸਰਕਾਰ ਪਹਿਲਾਂ ਕਾਨੂੰਨਾਂ ਬਾਰੇ ਵੀ ਕਹਿੰਦੀ ਸੀ, ਕਿਸਾਨਾਂ ਦੇ ਕਾਨੂੰਨਾਂ ਬਾਰੇ ਵੀ, ਕਾਨੂੰਨ ਇਹ ਵਧੀਆ ਨੇ, ਇਹਨਾਂ ਦੇ ਫਾਇਦੇ ਬਾਅਦ 'ਚ ਪਤਾ ਲੱਗੂਗਾ, ਕਿਸਾਨਾਂ ਨੂੰ ਸਮਝ ਨਹੀਂ ਆਏ। ਹੁਣ ਵੀ ਉਹਨਾਂ ਦੀ ਇਹੀ ਸਟੇਟਮੈਂਟ ਹੈ ਕਿ ਇਹ ਅਗਨੀਪਥ ਜਿਹੜਾ ਹੈਗਾ ਇਹ ਇੱਕ ਬਹੁਤ ਵਧੀਆ ਯੋਜਨਾ ਆ, ਇਹਦੇ ਬਹੁਤ ਫਾਇਦੇ ਹੋਣਗੇ, ਤੇ ਹਜੇ ਨੌਜਵਾਨਾਂ ਨੂੰ ਸਮਝ ਨਹੀਂ ਆ ਰਹੇ। ਤੇ ਜੇ ਉਹ ਕਹਿ ਰਹੇ ਨੇ ਵੀ ਬਹੁਤ ਵਧੀਆ, ਅਸੀਂ ਵੀ ਜੇ ਡੂੰਘਾਈ ਦੇ ਵਿੱਚ ਜਾਂਦੇ ਇਹਦੀ, ਤੇ ਕੋਈ ਬਾਹਲੀ ਕੋਈ ਮਾੜੀ ਗੱਲ ਹੈ ਨਹੀਂ। 4 ਸਾਲ ਬਾਅਦ ਜੇ ਕਰਨਾ ਜਿਹਨੇ ਕੰਮ ਉਹ 22-23 ਸਾਲ ਦੀ ਉਮਰ ਤੋਂ ਬਾਅਦ ਵੀ ਕਰ ਸਕਦਾ। ਜੇ ਅਸੀਂ ਉਸ ਪੱਖ ਤੋਂ ਦੇਖੀਏ ਤਾਂ ਕੋਈ ਬਾਹਲੀ ਮਾੜੀ ਗੱਲ ਵੀ ਹੈ ਨਹੀਂ। ਪਰ ਫਿਰ ਵੀ ਜਿਹੜੀ ਇਹ ਹੜਤਾਲਾਂ, ਅੱਗਾਂ ਲੱਗ ਰਹੀਆਂ ਨੇ ਭਾਰਤ ਦੇ ਵਿੱਚ, ਬੁਰੀ ਤਰ੍ਹਾਂ ਮਾਹੌਲ ਖਰਾਬ ਹੈ, ਟ੍ਰੇਨਾਂ ਬੰਦ ਹੈ, ਤੇ ਫਿਰ ਲੋਕਾਂ ਨੂੰ ਇਹ ਕਿਉਂ ਨਹੀਂ ਸਮਝ ਆ ਰਹੀ ਕਿ ਬਿਲਕੁਲ ਹੀ ਇਹ ਨਹੀਂ ਹੈਗਾ ਵੀ ਬਹੁਤ ਬਿਲਕੁਲ ਹੀ ਮਾੜੀ ਚੀਜ਼ ਹੈਗੀ ਆ, ਇਹ 'ਚ ਅਮੈਂਡਮੈਂਟ ਦੀ ਲੋੜ ਹੈ। ਇਹ ਕਿਉਂ ਨਹੀਂ ਸਮਝ ਆਉਂਦੀ ਲੋਕਾਂ ਨੂੰ? ਇਹਦੇ 'ਚ ਇੱਕ ਹੋਰ ਵਜ੍ਹਾ ਇੱਕ ਨਾ ਆਪਾਂ ਨੂੰ ਸੋਚਣ ਦੀ ਲੋੜ ਹੈ ਕਿ ਇਹ ਸਰਕਾਰ ਨੇ ਕਿਉਂ ਕੀਤਾ। ਇਹ ਚਲੋ ਕਹਿਣ ਦੀਆਂ ਗੱਲਾਂ ਕਿ ਇਹਨਾਂ ਨੂੰ ਸਮਝ ਨਹੀਂ ਲੱਗੀ ਸਾਰਾ ਕੁਝ ਠੀਕ ਹੈਗਾ, ਇਹਦੇ ਨੁਕਸਾਨ ਵੀ ਹੋਣੇ ਆ, ਫਾਇਦੇ ਵੀ ਹੋਣੇ ਆ, ਨਾ ਇਹ 100% ਸਹੀ ਹੈ ਨਾ 100% ਗਲਤ ਹੈ ਜੀ। ਹੁਣ ਕੁਐਸਚਨ ਹੈ ਵੀ ਇਹਨਾਂ ਨੇ ਕੀਤਾ ਕਿਉਂ ਆ। ਉਹਦਾ ਰੀਜ਼ਨ ਭਾਜੀ ਇਹ ਹੈ ਕਿ ਇੱਕ ਪਿੱਛੇ ਕਾਨੂੰਨ ਪਾਸ ਹੋਇਆ ਸੀ 1 ਰੈਂਕ 1 ਪੈਨਸ਼ਨ। ਹਾਂਜੀ ਫੌਜੀ, ਇਹ ਬੜੀ ਦੇਰ ਦੀ ਇਹਨਾਂ ਦੀ ਡਿਮਾਂਡ ਸੀ। ਉਹਦਾ ਤੁਹਾਨੂੰ ਤਾਂ ਪਤਾ ਹੀ ਹੋਣਾ। ਵੈਸੇ ਗੱਲ ਇਹ ਹੈ ਕਿ ਹੁਣ ਅੱਗੇ ਹੁੰਦਾ ਸੀ ਕਿ ਜੇ ਪੈਨਸ਼ਨ ਕੋਈ ਸੂਬੇਦਾਰ ਜਾਂ ਕੈਪਟਨ ਰਿਟਾਇਰ ਹੋਇਆ 1980 ਦੇ ਵਿੱਚ, ਤੇ ਉਹਦੀ ਪੈਨਸ਼ਨ ਜਿਹੜੀ ਉਹ ਜੋ 1980 ਚ ਲੱਗੀ ਸੀ ਉਹੀ ਅੱਜ ਹੋਣੀ ਹੈ, ਜਦ ਕਿ ਮਹਿੰਗਾਈ ਬਹੁਤ ਵੱਧ ਗਈ ਹੈ। ਜਿਹੜਾ ਕੋਈ ਸੂਬੇਦਾਰ ਅੱਜ ਬਣਦਾ ਉਹਦੀ ਡਬਲ ਜਾਂ ਟ੍ਰਿਪਲ ਪੈਨਸ਼ਨ ਹੋਏਗੀ। ਸੋ ਫੌਜੀਆਂ ਦੀ ਡਿਮਾਂਡ ਸੀ ਕਿ 1 ਰੈਂਕ 1 ਪੈਨਸ਼ਨ ਵੀ, ਜੇ ਫੌਜੀ ਜਿਹੜਾ 20 ਸਾਲ ਪਹਿਲਾਂ ਵੀ ਰਿਟਾਇਰ ਹੋਇਆ ਤੇ ਜਿਹੜਾ ਕੱਲ ਹੋਇਆ ਉਹਦੀ ਪੈਨਸ਼ਨ ਸੇਮ ਹੋਵੇ, ਵਿਦ ਟਾਈਮ ਪੈਨਸ਼ਨ ਵਧੀ ਜਾਏ। ਉਹ ਬੜੀ ਦੇਰ ਦੀ ਡਿਮਾਂਡ ਸੀ ਤੇ ਬੀਜੇਪੀ ਗਵਰਨਮੈਂਟ ਨੇ ਨਾ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਅਸੀਂ ਮੰਨਾਂਗੇ। ਇਹਨਾਂ ਨੇ ਉਹ ਫਿਰ ਮੰਨੀ ਡਿਮਾਂਡ। ਹੁਣ ਚੱਕਰ ਇਹ ਹੈ ਕਿ ਉਹ ਮੰਨ ਤਾਂ ਲਈ, ਪਰ ਉਹ ਖਰਚ ਇੰਨਾ ਵੱਧ ਰਿਹਾ ਕਿ ਉਹ ਗਵਰਨਮੈਂਟ ਕੋ ਅਫੋਰਡ ਹੀ ਨਹੀਂ ਕਰਨਾ ਜੀ। ਸੋ ਬੇਸਿਕਲੀ ਇਹ ਸਕੀਮ ਨੂੰ ਲਿਆਉਣ ਦਾ ਰੀਜ਼ਨ ਇਹ ਹੈ ਕਿ ਇਹ ਫੌਜੀ ਜਿਹੜੇ ਰਿਟਾਇਰ ਹੋ ਕੇ ਉਹ ਪੈਨਸ਼ਨਰ ਨੇ, ਉਹਨਾਂ ਦੀ ਗਿਣਤੀ ਘਟਾਉਣੀ ਚਾਹੁੰਦੇ ਆ। ਇਹ ਗਵਰਨਮੈਂਟ ਕੋਲੋਂ ਅਫੋਰਡ ਨਹੀਂ ਕਰਨਾ ਇਹ ਇਹਦਾ ਬੇਸਿਕ ਰੀਜ਼ਨ ਹੈ। ਹੁਣ ਇਹਦੇ ਵਿੱਚ ਫਾਇਦੇ ਵੀ ਹੈਗੇ ਆ, ਨੁਕਸਾਨ ਵੀ ਹੈਗੇ ਆ। ਜੋ ਐਜੀਟੇਸ਼ਨ ਹੋ ਰਹੀ ਆ ਇਹ ਵੀ ਠੀਕ ਆ, ਕਿਉਂਕਿ ਆਪਣੀ ਗੱਲ ਰੱਖਣੀ ਚਾਹੀਦੀ ਆ। ਥੋੜਾ ਬਹੁਤ ਜਿੱਦਾਂ ਤੁਸੀਂ ਕਿਹਾ ਸੀ ਕਿ ਉਹਨਾਂ ਨੂੰ ਹੋਰ ਕੋਈ ਫਾਇਦੇ ਦੇਣੇ ਚਾਹੀਦੇ ਆ, ਇਹ ਹੋਰ ਥੋੜ੍ਹੀਆਂ ਗੱਲਾਂ ਮੰਨਣਗੇ।
ਸੋ ਉਹ ਜਿੱਦਾਂ ਜਿੱਦਾਂ ਚੱਲ ਰਿਹਾ ਨੂੰ ਉਹ ਸਭ ਠੀਕ ਹੋ ਰਿਹਾ ਤੇ ਇਵੈਂਚੁਅਲੀ ਇਹਨਾਂ ਨੇ ਵੈਸੇ ਲਾਗੂ ਤਾਂ ਕਰ ਦੇਣਾ, ਕਿਉਂਕਿ ਦੇਖੋ ਜੀ ਕਿਸਾਨ ਮੋਰਚੇ ਦੀ ਸਾਰੇ ਰੀਸ ਨਹੀਂ ਕਰ ਸਕਦੇ। ਸਾਡੇ ਪੰਜਾਬੀ ਜਿਹੜੇ ਬਾਬੇ ਤੇ ਸਾਡੇ ਮੁੰਡੇ ਜਾ ਕੇ ਉੱਥੇ ਬਾਰਡਰ ਤੇ ਬੈਠੇ ਰਹੇ, ਉਹ ਜਿਹੜੇ ਹੁਣ ਜਿਹੜੇ ਬਾਕੀ ਨੇ ਉਹ ਇਸ ਲੈਵਲ ਦੀ ਐਜੂਕੇਸ਼ਨ ਕੋ ਕਰ ਨਹੀਂ ਹੋਣੀ, ਪਰ ਇਹ ਨਾਲ ਗਵਰਨਮੈਂਟ ਨੂੰ ਥੋੜੇ ਬਹੁਤੀਆਂ ਹੋਰ ਇਹਨਾਂ ਨੂੰ ਜਿਹੜੇ ਫਾਇਦੇ ਉਹ ਦੇਣੇ ਪੈਣਗੇ। ਪਰ ਬੇਸਿਕ ਰੀਜ਼ਨ ਜਿਹੜਾ ਹੈਗਾ ਉਹ ਫਿਊਚਰ ਦਾ ਖਰਚ ਬਚਾਉਣਾ ਚਾਹੁੰਦੇ ਆ ਤੇ ਹੋਰ ਇਹਦਾ ਕੋਈ ਇਹਨਾਂ ਨੂੰ ਫਾਇਦੇ ਨੁਕਸਾਨ ਦਾ ਨਹੀਂ ਜੀ। ਚਲੋ ਹੁਣ ਪੰਜਾਬ ਵਾਲੇ ਪਾਸੇ ਚੱਲਦੇ ਆ ਜੀ। ਪੰਜਾਬ ਸਰਕਾਰ ਜਿਹੜੀ ਹੈਗੀ ਹੈ ਜੀ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਹੋਣਾ ਦੀ, ਤੇ ਇਹ ਲਗਭਗ 3 ਮਹੀਨੇ ਤੋਂ ਉੱਪਰ ਹੋ ਗਏ ਨੇ ਤੇ ਇਹਦੇ 3 ਮਹੀਨਿਆਂ ਦੇ ਵਿੱਚ ਕਰ ਲਓ ਤੇ 3 ਮਹੀਨਿਆਂ 'ਚ ਵਿਰੋਧੀਆਂ ਦੀ ਗੱਲ ਸੁਣ ਲਈਏ ਅਸੀਂ ਤਾਂ ਉਹ ਤਾਂ ਕਹਿੰਦੇ ਜੀ ਠੁੱਸ ਹੋ ਗਈ, ਕੋਈ ਲਾ ਐਂਡ ਆਰਡਰ ਨਹੀਂ ਹੈ, ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ, 3 ਮਹੀਨਿਆਂ ਦੇ ਵਿੱਚ ਇਹ ਹੋ ਗਿਆ ਤੇ ਉਹ ਹੋ ਗਿਆ। ਸਰਕਾਰ ਦੀ ਅਸੀਂ ਗੱਲ ਕਰੀਏ ਤਾਂ ਸਰਕਾਰ ਆਪਣੇ ਜਿਹੜੇ ਗਣਾਉਂਦੀ ਹੈਗੀ ਕੰਮ ਕਿ ਮੈਂ ਦੇਖੋ ਆਹ ਗਰੰਟੀਆਂ ਕੀਤੀਆਂ ਸੀ ਤਾਂ ਆਹ ਗਰੰਟੀਆਂ ਪੂਰੀਆਂ ਹੋ ਗਈਆਂ ਤੇ ਬਾਕੀ ਧੜਾ ਹੋ ਰਹੀਆਂ ਨੇ। ਆਮ ਲੋਕਾਂ ਦੀ ਗੱਲ ਕਰੀਏ, ਮੈਂ ਆਪਣੀ ਸੋਚ ਦੀ ਗੱਲ ਕਰਾਂ ਤਾਂ ਮੈਨੂੰ ਜਿਹੜਾ ਕੰਮ ਲੱਗਦਾ ਠੀਕ ਹੈ ਉਹ ਕਿੱਥੋਂ ਤੱਕ ਜਾਂਦਾ, ਜਿਹੜੀ ਭ੍ਰਿਸ਼ਟਾਚਾਰ ਦੇ ਖਿਲਾਫ ਮਾਨ ਸਾਹਿਬ ਪਏ ਨੇ ਪੂਰੀ ਤਰ੍ਹਾਂ ਹੱਥ ਧੋ ਕੇ, ਉਹ ਕੰਮ ਮੈਨੂੰ ਵੀ ਠੀਕ ਲੱਗਦਾ। ਸੋ ਵਿਰੋਧੀਆਂ ਨੇ ਆਪਣਾ ਜਿਹੜਾ ਹੈਗਾ ਜੀ ਉਹ ਵਜਾਉਣਾ ਹੈਗੀ ਬੰਸਰੀ, ਸਰਕਾਰ ਨੇ ਆਪਣੇ ਰਾਗ ਅਲਾਪਣੇ ਆ। ਤੇ ਤੁਸੀਂ ਕੀ ਸੋਚਦੇ ਹੋ ਇਹ 3.5 ਮਹੀਨੇ ਦਾ ਜਿਹੜਾ ਵਕਫਾ ਹੋਇਆ ਉਹਦੇ 'ਚ ਪੰਜਾਬ ਪ੍ਰਤੀ ਕੀ ਸਹੀ ਹੋਇਆ ਤੇ ਕੀ ਹੋਰ ਹੋਣਾ ਚਾਹੀਦਾ ਸੀ? ਇਹਦੇ 'ਚ ਨਾ ਮੈਂ ਜੋ ਤੁਸੀਂ ਕਹਿ ਰਹੇ ਤੁਹਾਡੀ ਸਮੀਖਿਆ ਬਿਲਕੁਲ ਠੀਕ ਹੈ। ਕੁਝ ਠੀਕ ਵੀ ਕੰਮ ਹੋਇਆ, ਕੁਝ ਜੇ ਨਹੀਂ ਵੀ ਹੋਏ, ਲੋਕਾਂ 'ਚ ਫਰਸਟ੍ਰੇਸ਼ਨ ਜਿਹੜੀ ਹੋਈ ਆ। ਮੈਂ ਉਹਦੇ 'ਚ ਕਹੂੰਗਾ ਕਿ ਜਿਹੜਾ ਸਭ ਤੋਂ ਵੱਡਾ ਕਸੂਰ ਆ ਉਹ ਸਾਡੇ ਪੋਲੀਟੀਸ਼ੀਅਨਸ ਦਾ। ਇਹ ਨਾ ਜਦੋਂ ਲਾਰੇ ਲਾਉਂਦੇ ਆ ਤੇ ਇਹ ਤਾਂ ਮਤਲਬ ਨਾ ਕਹਿੰਦੇ ਸੀ ਪਹਿਲੇ 24 ਘੰਟਿਆਂ 'ਚ ਸਭ ਤੋਂ ਪਹਿਲਾਂ ਬਸ ਇੱਕ ਦਿਨ 'ਚ ਹੀ ਕਰ ਦੇਣਾ, ਕੋਈ ਕਹਿੰਦਾ ਮੈਂ 4 ਹਫ਼ਤੇ 'ਚ ਕਰ ਦੇਣਾ, ਕੋਈ ਕਹਿੰਦਾ ਸੀ 1 ਹਫ਼ਤੇ 'ਚ ਕਰ ਦੇਣਾ। ਬੜੀਆਂ ਅਨਐਕਸਪੈਕਟਡ ਜਿਹੜੀਆਂ ਅਨਰੀਅਲਿਸਟਿਕ ਐਕਸਪੈਕਟੇਸ਼ਨਸ ਆ ਨਾ ਉਹ ਲੋਕਾਂ ਨੂੰ, ਸੋ ਲੋਕੀ ਜਿਹੜਾ ਰੌਲਾ ਪਾਉਂਦੇ ਉਹ ਸੱਚੇ ਨੇ, ਕਿਉਂਕਿ ਇਹਨਾਂ ਨੇ ਗੱਲਾਂ ਤੇ ਇਹੀ ਕੀਤੀਆਂ ਸੀ। ਪਰ ਇਹ ਵੀ ਸਿਆਣੇ ਨੇ, ਵੋਟਾਂ ਲੈਣ ਦੀ ਗੱਲ ਕਰਨ ਦੇ, ਕੋਈ ਵੀ ਕੰਮ ਜਿਹੜਾ ਉਹਨਾਂ ਨੂੰ ਟਾਈਮ ਲੱਗਦਾ। ਇਹਨਾਂ ਨੂੰ ਜਦੋਂ ਵੀ ਇਹਨਾਂ ਨੇ ਲਾਰਾ ਕੋਈ ਵਾਅਦਾ ਕਰਨਾ ਹੁੰਦਾ ਨਾ ਉਹ ਨਾਲ ਟਾਈਮ ਵੀ ਦੇਣਾ ਚਾਹੀਦਾ ਵੀ ਦੇਖੋ ਆਹ ਕੰਮ ਜਿਹੜਾ ਹੈਗਾ ਉਹ ਇੰਨੀ ਦੇਰ 'ਚ ਹੋਊਗਾ। ਤੇ ਤੁਹਾਡਾ ਫੋਨ ਮੇਰੇ ਖਿਆਲ ਡਾਕਟਰ ਸਾਹਿਬ ਆ ਗਿਆ ਕੋਈ, ਤੇ ਹਾਂਜੀ ਜੀ ਡਾਕਟਰ ਸਾਹਿਬ। ਅੱਛਾ ਜੀ, ਹਾਂਜੀ। ਤੇ ਉਹ ਇਹ ਹੈ ਕਿ ਆਪਣਾ ਨਾ ਇੱਕ ਸੋ ਨੰਬਰ 1 ਰੀਜ਼ਨ ਲੋਕਾਂ ਦੀ ਫਰਸਟ੍ਰੇਸ਼ਨ ਦਾ ਇਹਨਾਂ ਦੇ ਆਪਣਾ ਕਸੂਰ ਹੈ ਜਿਹੜਾ ਇਦਾਂ ਇਹ ਜਿਹੜੀ ਅਨਰੀਅਲਿਸਟਿਕ ਐਕਸਪੈਕਟੇਸ਼ਨ ਲੋਕਾਂ ਦੀਆਂ ਵਧਾ ਦਿੰਦੇ। ਨੰਬਰ 2 ਇਹ ਹੈ ਕਿ ਕੋਈ ਵੀ ਸਰਕਾਰ ਹੈ ਨਾ ਜਿਹੜੀ ਜੇ ਤੁਸੀਂ ਆਪ ਹੀ ਦੇਖੋ ਕੋਈ ਵੀ ਕੰਮ ਜਿਹੜਾ ਕਰਨਾ ਹੋਵੇ ਨਾ, ਜੇ ਤੁਸੀਂ ਪਹਿਲਾਂ ਨਹੀਂ ਕੀਤਾ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ। ਇਹ ਤੇ ਮੈਜੋਰਿਟੀ MLA ਵੀ ਨਵੇਂ ਨੇ, ਜਿਹੜੇ ਕੈਬਨਿਟ ਮਿਨਿਸਟਰ ਬਣੇ ਆ ਉਹਨਾਂ ਦੇ ਬਹੁਤਿਆਂ ਨੇ ਪਿੰਡ ਦੀ ਸਰਪੰਚੀ ਵੀ ਨਹੀਂ ਸੀ ਕਦੇ ਕੀਤੀ, ਤੇ ਚੀਫ ਮਿਨਿਸਟਰ ਸਾਹਿਬ ਵੀ 2 ਵਾਰ MP ਰਹੇ ਆ, ਇਹਨਾਂ ਨੂੰ ਵੀ ਸਰਕਾਰ ਦਾ। ਸੋ ਇਹ ਇਹਨਾਂ ਦਾ ਕਸੂਰ ਨਹੀਂ ਹੈ, ਤੁਸੀਂ ਇਹ ਬਹੁਤ ਜਲਦੀ ਸਿੱਖ ਜਾਣਗੇ। ਪਰ ਬਿਊਰੋਕ੍ਰੇਸੀ ਜਿਹੜੇ ਹੁੰਦੇ ਨੇ ਨਾ, ਜਿਹੜੇ IAS ਆਫਿਸਰ ਹੈ ਥੋੜੀ ਦੇਰ ਤਮਾਸ਼ਾ ਦੇਖਦੇ ਆ ਵੀ ਦੇਖਦੇ ਨੇ ਕੀ ਕਰਦੇ ਆ। ਸੋ ਥੋੜਾ ਜਿਹਾ ਟਾਈਮ ਇਸ ਕਰਕੇ ਵੀ ਲੱਗ ਰਿਹਾ, ਇਨਐਕਸਪੀਰੀਅੰਸ ਵੀ ਆ, ਬਹੁਤਾ ਟਾਈਮ ਨਹੀਂ ਲੱਗਣਾ, ਠੀਕ ਵੀ ਹੋ ਜਾਏਗਾ। ਦੂਸਰਾ ਇਹ ਕਿ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੀਆਂ ਨੇ ਲਾਰੇ ਬਹੁਤ ਲਾਏ ਸੀ ਅਸੀਂ ਇੰਨੀ ਜਲਦੀ ਕਰ ਦਾਂਗੇ, ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਨਐਕਸਪੈਕਟਡਲੀ ਜਾਂ ਅਨਫੋਰਚੂਨੇਟਲੀ ਹੋ ਵੀ ਗਈਆਂ। ਲਾਅ ਐਂਡ ਆਰਡਰ ਦੀਆਂ ਕਈ ਗੱਲਾਂ, ਸਪੈਸ਼ਲੀ ਸਿੱਧੂ ਮੂਸੇਵਾਲੇ ਦਾ ਜਿਹੜਾ ਅਨਫੋਰਚੂਨੇਟਲੀ ਟ੍ਰੈਜਿਕ ਡੈਥ ਹੋਈ ਆ, ਉਹਨੇ ਬਹੁਤ ਧੱਕਾ ਜਿਹੜਾ ਲੋਕਾਂ ਨੂੰ ਲਾਇਆ। ਸੋ ਕੁਛ ਜਦੋਂ ਇਲੈਕਸ਼ਨ ਇੰਨੀ ਨੇੜੇ ਆ ਜਾਂਦੀ ਆ, ਜਿਵੇਂ ਸੰਗਰੂਰ ਵਾਲੀ ਹੁਣ MP ਦੀ ਇਲੈਕਸ਼ਨ ਚੱਲ ਰਹੀ ਆ, ਤੇ ਕਈ ਗੱਲਾਂ ਫਿਰ ਵੀ ਇਹ ਉਨੀ ਸੱਚਾਈ ਨਾਲ ਨਹੀਂ ਕਰਦੇ। ਸੋ ਇਹ ਮਿਕਸਡ ਬੈਗ ਹੈਗਾ। ਥੋੜਾ ਜਿਹਾ ਲੋਕਾਂ ਨੂੰ ਵੀ ਸਬਰ ਰੱਖਣਾ ਚਾਹੀਦਾ, ਕੰਮ ਜਿਹੜੇ ਨਾ ਟਾਈਮ ਨਾਲ ਹੋਣਗੇ ਵੀ। ਕੁਛ ਜਿਹੜੇ ਫੈਸਲੇ ਆ ਇਹਨਾਂ ਨੂੰ ਵੀ ਕਈ ਜਲਦੀ ਨਾਲ ਵੀ ਲਏ ਆ, ਜਿਵੇਂ ਸਿਕਿਉਰਿਟੀ ਜਿਹੜੀ ਘਟਾਈ ਆ, ਜਥੇਦਾਰ ਸਾਹਿਬ ਦੀ ਸਿਕਿਉਰਿਟੀ, ਭਾਵੇਂ ਉਹਨਾਂ ਨਾਲ ਤੁਸੀਂ ਮਤਭੇਦ ਆ ਜੋ ਵੀ ਆ, ਉਹ ਉਹਨਾਂ ਮੋਸਟਲੀ ਲੋਕ ਜੁੜੇ ਆ, ਉਹ ਅਕਾਲ ਤਖਤ ਦੀ ਗੱਲ ਆ, ਤੇ ਉਹਨਾਂ ਦੇ ਫੈਸਲੇ ਜਿਹੜਾ ਸੋਚ ਸਮਝ ਕੇ ਕਰਨੇ ਚਾਹੀਦੇ ਸੀਗੇ। ਸੋ ਇਹਦੇ ਵਿੱਚ ਦੇਖੋ ਭਾਜੀ ਮੈਂ ਤਾਂ ਇਹ ਕਹੂੰਗਾ ਕਿ ਥੋੜਾ ਜਿਹਾ ਆਪਾਂ ਨੂੰ ਵੀ ਸਬਰ ਕਰਨਾ ਚਾਹੀਦਾ, ਸੋਚਣਾ ਚਾਹੀਦਾ, ਤੇ ਇਹਨਾਂ ਨੂੰ ਵੀ ਚਾਹੀਦਾ ਕਿ ਜਦੋਂ ਵੀ ਕੋਈ ਗੱਲ ਕਰਨ ਉਹਦੇ ਨਾਲ ਟਾਈਮ ਦੀ ਵੀ ਦੱਸਣ, ਆਪਣੀਆਂ ਮਜਬੂਰੀਆਂ ਵੀ ਦੱਸਣ, ਤੇ ਨਾਲ ਜੋ ਹੋ ਰਿਹਾ ਉਹਦੀ ਕਿਵੇਂ ਪ੍ਰੋਗਰੈਸ ਚੱਲ ਰਹੀ। ਇਹ ਗੱਲ ਬਿਲਕੁਲ ਸਹੀ ਹੈ ਵੀ ਟਾਈਮ ਦੇ ਦਿੰਦੇ ਜੀ ਆਹ ਚੀਜ਼ ਇੰਨੀ ਦੇਰ 'ਚ ਹੋਏਗੀ, ਬਿਜਲੀ ਫਰੀ ਇੰਨੀ ਦੇਰ 'ਚ ਹੋਏਗੀ, ਆਹ ਚੀਜ਼ ਇੰਨੀ ਦੇਰ 'ਚ ਹੋਏਗੀ। ਪਰ ਇਉਂ ਲੱਗਦਾ ਹੈ ਵੀ ਚਾਹੇ ਪਾਰਟੀ ਕੋਈ ਵੀ ਆ, ਚਾਹੇ ਆਮ ਆਦਮੀ ਪਾਰਟੀ, ਬਿਲਕੁਲ ਅਸੀਂ ਅਜੇ ਉਹਨਾਂ ਦਾ ਵੀ ਦਾਅਵਾ ਤੇ ਹਜੇ ਲੱਗਦਾ ਵੀ ਹੈ ਇਮਾਨਦਾਰ ਪਾਰਟੀ ਹੈ,
ਪਰ ਉਹ ਇਉਂ ਲੱਗਦਾ ਵੋਟਾਂ ਦੇ ਦਿਨਾਂ ਦੇ ਵਿੱਚ ਚਾਹੇ ਜਿਹੜਾ ਬੰਦਾ ਇੱਕ ਵਾਰੀ ਖੜ ਗਿਆ, ਜਿਹੜੀ ਪਾਰਟੀ ਖੜ ਗਈ ਹੈ, ਤੇ ਉਹਨਾਂ ਨੂੰ ਲੱਗਦਾ ਵੀ ਇੱਕ ਵਾਰੀ ਜੋ ਕਹਿਣਾ ਪੈਂਦਾ ਕਹਿ ਦਿਓ, ਬਾਅਦ ਦਾ ਬਾਅਦ ਦੇਖੀ ਜੂ। ਹੁਣ ਇਹਨਾਂ ਦੇ ਵੀ ਹਜੇ ਸਰ ਸਕਦਾ ਸੀ ਆਮ ਆਦਮੀ ਪਾਰਟੀ ਦਾ ਸਰ। ਹੁਣ ਸੋਚਦੇ ਹੋਣੇ ਆ ਵੀ ਯਾਰ ਗਰੰਟੀਆਂ ਕੁਝ ਜਾਇਜ਼ ਦਿੱਤੀਆਂ ਗਈਆਂ, ਘੱਟ ਨਾਲ ਵੀ ਸਰ ਸਕਦਾ ਸੀਗਾ ਵੀ 1000 ਰੁਪਏ ਵਾਲੀ ਗਰੰਟੀ ਬੁੜੀਆਂ ਨੂੰ ਦੇਣੀ ਆ, ਤੇ ਲੇਡੀਜ਼ ਨੂੰ, ਸਾਰੇ ਕੁੜੀਆਂ ਨੂੰ, ਤੇ ਬਾਕੀ ਆ ਬਿਜਲੀ ਇੰਨੀ ਫਰੀ ਦੇਣੀ ਹੈ, ਉਹ ਕਰਨਾ, ਆਹ ਕਰਨਾ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਨੁਕਸਾਨ ਕਰਦੀਆਂ ਨੇ, ਔਰ ਲੋਕੀ ਉਮੀਦ ਕਰੀ ਬੈਠੇ ਭਾਈ ਤੁਸੀਂ ਕਿਹਾ ਸੀ, ਹੁਣ ਤਾਂ 3 ਮਹੀਨੇ ਹੋ ਗਏ। ਹਾਂ ਬਿਲਕੁਲ ਬਿਲਕੁਲ। ਦੇਖੋ ਇਹ ਨਾ ਵੋਟਾਂ ਲੈਣ ਦੀ ਜਿਹੜੀ ਗੱਲ ਨਾ, ਸਾਡੇ ਲੋਕ ਵੀ ਇਹ ਧੱਕੇ ਖਾ ਕੇ ਸਿਆਣੇ ਹੋਣਗੇ। ਉਹ ਜਿੱਦਾਂ ਕਹਿੰਦੇ ਨਾ ਵੀ ਅਕਲ ਧੱਕੇ ਖਾ ਕੇ ਆਉਂਦੀ, ਬਦਾਮ ਖਾ ਕੇ ਨਹੀਂ ਆਉਂਦੀ। ਸੋ ਸਾਡੇ ਲੋਕਾਂ ਨੂੰ, ਵੋਟਰਾਂ ਨੂੰ ਵੀ ਧੱਕੇ ਖਾ ਕੇ ਅਕਲ ਆਉਣੀ ਆ। ਪਹਿਲਾਂ ਕੈਪਟਨ ਸਾਹਿਬ ਦੇ ਲਾਰਿਆਂ ਚ ਆ ਕੇ ਉਦੋਂ ਕਾਂਗਰਸ ਦੀ ਸਰਕਾਰ ਬਣਾਈ, ਤੇ ਹੁਣ ਆਮ ਆਦਮੀ ਪਾਰਟੀ ਦੇ ਲਾਰਿਆਂ ਦਾ ਵੀ ਬਹੁਤ ਵੱਡਾ ਹੱਥ ਸੀ ਇਹਦੇ ਚ। ਪਰ ਇਹਨਾਂ ਦੀ ਕਰਪਸ਼ਨ, ਜਿਹੜਾ ਐਂਟੀ ਕਰਪਸ਼ਨ ਹੈਗੀ ਹੈ ਨਾ ਗੱਲ, ਉਹ ਜ਼ਰੂਰ ਇੱਕ ਜੇ ਜਿੰਨਾ ਕਹਿੰਦੇ ਆ ਉਹ ਤੋਂ 50% ਵੀ ਹੋ ਗਿਆ, ਉਹਦਾ ਇੱਕ ਬੜਾ ਵੱਡਾ ਰੋਲ ਹੋਏਗਾ। ਤੇ ਬਾਕੀ ਜਿਹੜੀ ਨਾ, ਜਦੋਂ ਤੁਸੀਂ ਸਰਕਾਰ ਚਲਾਉਣੀ ਆ ਤੇ ਆਪੋਜੀਸ਼ਨ ਚ ਹੋਣਾ, ਇਹ ਦੋ ਅਲੱਗ-ਅਲੱਗ ਗੱਲਾਂ ਨੇ। ਜਦੋਂ ਤੁਸੀਂ ਕਰਪਸ਼ਨ ਦੀ ਵੀ ਗੱਲ ਕਰਦੇ ਹੋ ਤੇ ਲੋਕ ਬੜੇ ਸਿਆਣੇ ਨੇ, ਉਹ ਫਿਰ ਸਵਾਲ ਕਰਦੇ ਆ ਵੀ ਤੁਸੀਂ ਉੱਦਾਂ ਤਾਂ ਮਤਲਬ ਇਹ ਗੱਲ ਕਰਦੇ ਹੋ, ਪਰ ਜਦੋਂ ਰਾਜ ਸਭਾ ਦੀਆਂ ਸੀਟਾਂ ਆਉਂਦੀਆਂ ਤੇ ਉਹ ਬੇਨਤੀ ਕਰਨੀ ਸ਼ੁਰੂ ਕਰਨ ਦੇ ਵਿੱਚ ਉਹ ਪੰਜਾਬੀ ਕਿੰਨੇ ਸੀਗੇ ਤੇ ਕਿਉਂ ਲੈ ਗਏ, ਤੇ ਉਹ ਫਿਰ ਗੱਲਾਂ ਨਿਕਲ ਆਉਂਦੀਆਂ ਕਿ ਪੈਸੇ ਲੈ ਗਏ ਜਾਂ ਜੋ ਵੀ ਹੋਇਆ। ਤੇ ਉਹਦੇ ਇਹਨਾਂ ਨੇ ਪਾਰਟੀ ਵੀ ਚਲਾਉਣੀ ਹੁੰਦੀ ਆ, ਮਜਬੂਰੀਆਂ ਉਹ ਵੀ ਬੜੀਆਂ ਨੇ। ਪਰ ਥੋੜਾ ਜਿਹਾ ਲੋਕਾਂ ਨੂੰ ਓਨੈਸਟ ਹੋਣ ਦੀ ਲੋੜ ਆ, ਲੋਕਾਂ ਨੂੰ ਸਿਆਣੇ ਸਮਝਣਾ ਚਾਹੀਦਾ, ਲੋਕਾਂ ਨੂੰ ਬੇਵਕੂਫ ਨਹੀਂ ਸਮਝਣਾ ਚਾਹੀਦਾ। ਤੇ ਜਦੋਂ ਤੁਸੀਂ ਕੋਈ ਇਦਾਂ ਦਾ ਲਾਰਾ ਲਾਉਂਦੇ ਹੋ, ਲੋਕੀ ਜ਼ਰੂਰ ਵੋਟਾਂ ਪਾਉਂਦੇ ਆ, ਪਰ ਇਹ ਧੱਕੇ ਖਾ ਕੇ ਸਿਆਣੇ ਵੀ ਹੋ ਜਾਣਾ, ਇਹ ਗਾਂ ਤੋਂ ਅੱਗੇ ਤੋਂ ਨਹੀਂ ਚੱਲੇਗਾ। ਮੈਂ ਗੱਲ ਹੋਈ ਸੀ ਪਿੱਛੇ ਜੇ, ਜਿੱਦਣ ਇਹਨਾਂ ਨੇ ਵਿਜੇ ਸਿੰਗਲਾ ਆਪਦਾ ਮੰਤਰੀ ਟੰਗਿਆ, ਹਾਂਜੀ, ਤੇ ਕਹਿੰਦੇ ਸੀ ਉਦੋਂ ਬੜਾ ਰੌਲਾ ਪਿਆ ਸੀ ਵੀ ਕਾਂ ਮਾਰ ਕੇ ਟੰਗਿਆ, ਕਾਂ ਟੰਗ ਤਾਂ ਕੋਠੇ ਤੇ, ਇਹ ਕਹਾਵਤ ਆ ਪੁਰਾਣੀ। ਤੇ ਉਹ ਉਦੋਂ ਮੈਂ ਪੁੱਛਿਆ ਸੀ ਵੀ, ਮੈਂ ਕਿਹਾ ਵੀ ਆਹ 2-3 ਗੱਲਾਂ ਮੈਂ ਕੀਤੀਆਂ ਜਿਹੜੀਆਂ ਤੁਸੀਂ ਵੀ ਕੀਤੀਆਂ। ਉਹ ਕਹਿੰਦਾ ਵੀ ਕਈ ਚੀਜ਼ਾਂ ਤਾਂ ਸਾਨੂੰ ਹੁਣ ਜਿਹੜੀ ਰਾਜਨੀਤੀ 'ਚ ਆ ਕੇ ਇਹ ਚੀਜ਼ਾਂ ਪਤਾ ਲੱਗਿਆ, ਕਈ ਚੀਜ਼ਾਂ ਤਾਂ ਜਿਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ, ਕੋਈ ਨੁਕਸਾਨ ਨਹੀਂ, ਉਹ ਸਿਰਫ ਇਸ ਕਰਕੇ ਕਰਨੀਆਂ ਪੈਂਦੀਆਂ, ਜਾਂ ਬਿਆਨ ਉਹ ਇਸ ਕਰਕੇ ਦੇਣੇ ਪੈਂਦੇ ਆ ਵੀ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਉਹ ਕੰਮ ਲੱਗੇ ਰਹਿਣ। ਠੀਕ ਹੈ, ਇਹ ਵੀ ਹੈਗਾ। ਅੱਛਾ, ਹੁਣ ਭ੍ਰਿਸ਼ਟਾਚਾਰ ਦੀ ਗੱਲ ਕਰ ਲਈਏ, ਕਰਪਸ਼ਨ ਦੀ ਗੱਲ ਕਰ ਲਈਏ। ਇਹ ਐਂਟੀ ਕਰਪਸ਼ਨ ਟਾਸਕ ਫੋਰਸ ਬਣਾਇਆ ਇਹਨਾਂ ਨੇ, ਤੇ ਐਂਟੀ ਗੈਂਗਸਟਰ ਵੀ ਬਣਾਇਆ, ਸਾਰੇ ਇਹਨਾਂ ਨੇ ਬਣਾਤੇ ਨੇ, ਹੈ ਨਾ ਜੀ, ਟਾਸਕ ਗਰੁੱਪ ਜਿਹੜੇ ਹੈਗੇ। ਤੇ ਕਰਪਸ਼ਨ ਬਾਰੇ ਜਵਾਹਰ ਲਾਲ ਨਹਿਰੂ ਜਿਹੜਾ ਸਾਡਾ ਪਹਿਲਾ ਪ੍ਰਧਾਨ ਮੰਤਰੀ ਸੀ, ਉਹ ਕਹਿੰਦੇ ਨਹੀਂ ਜੀ, ਕਰਪਸ਼ਨ ਇਜ਼ ਦਾ ਪਾਰਟ ਆਫ ਲਾਈਫ, ਇਹ ਨਹੀਂ ਮੁੱਕ ਸਕਦੀ ਭਾਰਤ ਦੇ ਵਿੱਚੋਂ। ਹੁਣ ਇਹ ਕਹਿੰਦੇ, ਮੇਰੀ ਉਹਦੇ ਨਾਲ ਗੱਲ ਹੋਈ, ਮੈਂ ਕਿਹਾ ਜੀ 1% ਦੀ ਉਹਨਾਂ ਨੇ ਤੁਸੀਂ ਗੱਲ ਕਰਦੇ ਸੀ, ਤਾਂ ਮਤਲਬ ਉਹ ਕਹਿੰਦੇ ਜੀ 1% ਦੀ ਗੱਲ ਛੱਡੋ, 1 ਰੁਪਈਏ ਦੀ ਵੀ ਕਿਤੇ ਕਰਪਸ਼ਨ ਹੁੰਦੀ ਦਿਸੀ ਮੈਨੂੰ, ਚਾਹੇ ਮੇਰਾ ਕੋਈ ਸਕਾ ਰਿਸ਼ਤੇਦਾਰ ਆ, ਚਾਹੇ ਕੋਈ ਆ, ਉਹ ਮੈਂ ਬਖਸ਼ਣਾ ਨਹੀਂ ਹੈਗਾ। ਭਗਵੰਤ ਮਾਨ ਉਹਨਾਂ ਦੀ ਜ਼ੁਬਾਨੀ ਇਹ ਵਰਡਿੰਗ ਹੈਗੀ ਆ, ਸਟੇਟਮੈਂਟ TV ਤੇ ਵੀ ਇਹ ਦਿੱਤੀਆਂ। ਹੁਣ ਜਦੋਂ ਵਿਰੋਧੀ ਪਾਰਟੀਆਂ ਨੂੰ ਲੀਡਰ ਧੜ ਅੰਦਰ ਜਾ ਰਹੇ ਨੇ, ਲਗਭਗ ਲੀਡਰਾਂ ਸਮੇਤ 45 ਬੰਦੇ, ਜਿਨ੍ਹਾਂ ਦੇ ਵਿੱਚ IAS ਵੀ ਸ਼ਾਮਲ ਨੇ, ਆਮ ਅਧਿਕਾਰੀ ਵੀ ਸ਼ਾਮਲ ਨੇ, ਲੀਡਰ ਵੀ ਸ਼ਾਮਲ ਨੇ, ਇਹਨਾਂ ਦਾ ਆਪਣਾ ਇੱਕ ਲੀਡਰ ਸ਼ਾਮਲ ਹੈ। ਇਹ ਜਦੋਂ ਜੇਲ੍ਹ ਦੇ ਅੰਦਰ ਨੇ ਕਰਪਸ਼ਨ ਦੇ ਚਾਰਜਾਂ ਦੇ ਵਿੱਚ, ਤੇ ਸੋਚਣ ਵਾਲੀ ਗੱਲ ਇਹ ਹੈ ਕਿ ਜੇ ਇੱਦਾਂ ਅੰਦਰ ਜਾਣੇ ਸ਼ੁਰੂ ਹੋ ਗਏ ਤਾਂ ਬਚੂ ਕਿਹੜਾ? ਠੀਕ ਹੈ, ਬਚੂ ਕੌਣ? ਤੇ ਮੈਂ ਇਹ ਗੱਲ ਹੈਗੀ ਹੈ ਜੀ, ਜਦੋਂ ਵਿਰੋਧੀ ਪਾਰਟੀਆਂ ਸਾਰੀਆਂ ਰਲ ਗਈਆਂ ਜੀ, ਸਾਨੂੰ ਇਹਦਾ ਨੁਕਸਾਨ ਹੈ ਭਗਵੰਤ ਮਾਨ ਦਾ, ਆਮ ਆਦਮੀ ਪਾਰਟੀ ਸਾਨੂੰ ਨੁਕਸਾਨ ਹੈ, ਸਾਨੂੰ ਇਹ ED ਦੇ ਥਰੂ, ਚਾਹੇ ਵਿਜੀਲੈਂਸ ਦੇ ਥਰੂ ਸਾਨੂੰ ਨੁਕਸਾਨ ਕਰੂ। ਟੋਟਲ ਪਾਰਟੀਆਂ ਵਿੱਚ ਕਾਂਗਰਸ, ਅਕਾਲੀ ਦਲ, BJP ਸਾਰੀਆਂ, ਉਹ ਇੱਕ ਪਾਸੇ ਹੋ ਗਿਆ ਜੀ, ਇਹਨੂੰ ਹਟਾਈਏ ਕਿਸੇ ਤਰ੍ਹਾਂ। ਉਦੋਂ ਬਾਅਦ ਅਫਸਰ ਜਿਹੜੇ ਵੱਡੇ ਨੇ, ਉਹ ਜਿਹੜੇ ਕਰਪਟ ਅਫਸਰ ਸੀ, ਉਹ ਵੀ ਇੱਕ ਪਾਸੇ ਹੋ ਗਏ ਵੀ ਯਾਰ ਇਹ ਤਾਂ ਕੰਮ ਖਰਾਬ ਕਰਤਾ। ਛੋਟੇ ਮੁਲਾਜ਼ਮਾਂ ਦੀ ਗੱਲ ਕਰ ਲਓ, ਜਿਹਦੀ 60,000 ਤਨਖਾਹ ਸੀਗੀ ਤੇ 1.5 ਲੱਖ ਉੱਪਰੋਂ ਆਉਂਦਾ ਸੀ, 2 ਲੱਖ ਉੱਪਰੋਂ ਆਉਂਦਾ ਸੀ ਮਹੀਨੇ ਦਾ, ਉਹ ਵੀ ਔਖਾ ਹੋ ਗਿਆ ਵੀ ਭਾਈ ਇਹ ਤਾਂ ਯਾਰ ਸਾਡਾ ਵੀ ਕੰਮ ਇਹਨੇ ਬੰਦ ਕਰਤਾ, ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਭਗਵੰਤ ਮਾਨ ਜਾਵੇ ਤਾਂ ਹੀ ਚੰਗਾ, ਆਮ ਆਦਮੀ ਪਾਰਟੀ ਜਾਵੇ ਤਾਂ ਹੀ ਚੰਗਾ। ਜਦੋਂ ਇਹ ਚੀਜ਼ ਆ ਗਈ ਤਾਂ ਇਹਦਾ ਸਾਹਮਣਾ ਕਿੰਨਾ ਕੁ ਕਰ ਸਕਦੀ ਸਰਕਾਰ, ਕਿਵੇਂ ਕਰ ਸਕਦੀ ਹੈ? ਇਹ ਅਜੀ ਦੇਖੋ, ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਜਿਨ੍ਹਾਂ ਦਾ ਕਰਪਸ਼ਨ ਦੇ ਥਰੂ ਕੰਮ ਰੁਕਦਾ, ਉਹਨਾਂ ਨੇ ਅਗੇਂਸਟ ਹੋਣਾ ਜਾਂ ਉਹਨਾਂ ਨੂੰ ਲੱਗਣਾ ਵੀ ਇਹਨੂੰ ਬੰਦੇ ਨੂੰ ਲਾਓ, ਸਾਡਾ ਇਹਨੂੰ ਰੋਟੀ ਪਾਣੀ। ਤਹਿਸੀਲਦਾਰ ਦੇਖ ਲਓ, ਤਹਿਸੀਲਦਾਰ ਕਿੱਦਾਂ ਹੜਤਾਲ ਕੀਤੀ ਸੀ, ਉਹ ਕਰਪਟ ਪਟਵਾਰੀ ਨੇ ਹੜਤਾਲ ਕਰਤੀ ਸੀ। ਹਾਂਜੀ। ਅੱਛਾ, ਇਹਦੇ 'ਚ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਕਰਪਸ਼ਨ ਇਜ਼ ਪਾਰਟ ਆਫ ਲਾਈਫ, ਇਹ ਨਹੀਂ ਖਤਮ ਹੋਣੀ। ਉਹ ਮੈਂ ਤੁਹਾਨੂੰ, ਆਪਾਂ ਹੁਣ ਇੱਥੇ US ਦੀ ਗੱਲ ਕਰੀਏ ਨਾ, ਆਮ ਲੋਕਾਂ ਨੂੰ ਸਾਹਮਣੇ ਨਾ ਸ਼ਰੇਆਮ ਕਰਪਸ਼ਨ ਨਹੀਂ ਦਿਸਦੀ, ਕਰਪਸ਼ਨ ਇੱਥੇ ਵੀ ਹੈਗੀ ਹੈ ਜੀ।
ਪਰ ਆਮ ਲੋਕਾਂ ਦੀ ਲਾਈਫ ਨੂੰ ਇੰਨਾ ਇੰਪੈਕਟ ਨਹੀਂ ਕਰਦੀ। ਇੰਡੀਆ ਦੀ ਕਰਪਸ਼ਨ ਜਿਹੜੀ ਆ ਉਹ ਆਪਾਂ 100% ਦਾ ਖਤਮ ਵਰਲਡ 'ਚ ਕਿਤੇ ਵੀ ਨਹੀਂ ਹੈਗੀ ਉਹ ਗੱਲ। ਕਰਪਸ਼ਨ ਖਤਮ ਕਰਨ ਦਾ ਮਤਲਬ ਵੀ ਆਮ ਲੋਕ ਨੂੰ ਆਮ ਦਿਨ ਰੋਜ਼ਾਨਾ ਦੇ ਕੰਮਾਂ ਦੇ ਵਿੱਚ ਜਿਹੜੀ ਆ ਨਾ ਉਹਨੂੰ ਕਰਪਸ਼ਨ ਦਿਖੇ ਨਾ, ਵੀ ਜੇ ਛੋਟਾ ਜਿਹਾ ਵੀ ਕੰਮ ਕਰਾਉਣਾ ਇੱਥੋਂ ਜਾ ਕੇ ਦੀ ਰਜਿਸਟਰੀ ਕੋਈ ਤਹਿਸੀਲ ਦਾ ਕੰਮ ਆ ਕੋਈ ਆਪਣੀ ਹੋਰ ਆ ਉੱਤੇ ਤੁਹਾਨੂੰ ਜਾ ਕੇ ਧੱਕੇ ਜਿਹੜੇ ਖਾਣੇ ਪੈਂਦੇ ਉਹ ਫਿਰ ਉਹ ਦਿਸਦਾ ਸਾਹਮਣੇ। ਸੋ ਇੰਨਾ ਹੀ ਫਰਕ ਪੈਣਾ ਆਮ ਲੋਕਾਂ ਦੀ ਲਾਈਫ ਦੇ ਵਿੱਚ ਕਿਵੇਂ ਹੈਗਾ। ਉਹਦੇ ਲਈ ਇਹ ਹੈ ਕਿ ਜਿਹੜੇ ਉੱਪਰਲੇ ਨੇ ਉਹਨਾਂ ਨੂੰ ਨੱਕ ਪਾਉਣੀ ਚਾਹੀਦੀ ਆ। ਜੇ ਅਫਸਰਸ਼ਾਹੀ ਜਾਂ ਪੋਲੀਟੀਸ਼ੀਅਨ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਸਰਕਾਰ ਦੇ ਅਗੇਂਸਟ ਹੁੰਦੇ ਵੀ ਆ ਨਾ, ਜਦੋਂ ਲੋਕਾਂ ਨੂੰ ਦੇਖਣ ਲੱਗ ਗਿਆ ਉਹਨਾਂ ਨੂੰ ਕੋਈ ਫਾਇਦਾ ਹੋ ਰਿਹਾ ਤੇ ਫਿਰ ਇਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਇਹਨਾਂ ਦੀ ਸਟਰੈਂਥ ਜਿਹੜੀ ਉਹ ਲੋਕ ਨੇ, ਇਹਨਾਂ ਦੀ ਸਟਰੈਂਥ ਵੋਟਾਂ ਨੇ। ਉਹਨਾਂ ਨੇ ਜੋ ਕਹਿਣਾ ਉਹਦਾ ਕੋਈ ਫਰਕ ਨਹੀਂ ਪੈਣਾ। ਪਰ ਚੱਕਰ ਇਹ ਹੈ ਕਿ ਇਸ ਟਾਈਮ ਤੇ ਜੋ ਇਮੀਡੀਏਟ ਇਫੈਕਟ ਇਹ ਆ ਕਿ ਲੋਕੀ ਕਹਿੰਦੇ ਯਾਰ ਪਹਿਲਾਂ ਪੈਸੇ ਦੇ ਕੇ ਕੰਮ ਹੋ ਜਾਂਦਾ ਸੀ, ਨਾ ਕੋਈ ਪੈਸੇ ਲੈਂਦਾ ਨਾ ਕੋਈ ਕੰਮ ਕਰਦਾ। ਸੋ ਦੋਨੇ ਪਾਸਿਆਂ ਤੋਂ ਰਿਸ਼ਤਾ ਦਾ ਵੀ ਸੁਣਿਆ ਕਿ ਔਖਾ ਹੋ ਗਿਆ, ਮਿਲਦੀ ਨਹੀਂ। ਤੇ ਇਦਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਇਹਨਾਂ ਨੂੰ ਦੇਖੋ, ਮੈਂ ਇਹਨੂੰ ਇਹ ਕਹਾਂਗਾ ਕਿ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ। ਸੋ ਇਹਨਾਂ ਕੰਮਾਂ 'ਚ ਇਹ ਲੱਗੇ ਰਹਿਣ ਤੇ ਇਹਦੇ ਰਿਜ਼ਲਟ ਸਾਹਮਣੇ ਆਉਣਗੇ, ਸਾਲ ਨੂੰ ਨਹੀਂ 2 ਸਾਲ ਨੂੰ ਆਉਣਗੇ। ਸੋ ਇਹ ਇੱਕਦਮ ਕੁਛ ਨਹੀਂ, ਸਬਰ ਕਰਕੇ ਲੱਗੇ ਰਹਿਣ। ਜਦ ਸਾਡੀ ਹੁਣ ਜਿਵੇਂ ਪੰਜਾਬ ਦੇ ਵਿੱਚ ਗੱਲ ਹੁੰਦੀ ਆ, ਹੁਣ ਤਾਂ ਕਹਿੰਦੇ ਜੀ ਹਸਪਤਾਲਾਂ ਦੇ ਵਿੱਚ ਡਾਕਟਰ ਵੀ ਜਿਹੜੇ 8:30 ਦਾ ਟਾਈਮ ਤਾਂ 8:25 ਤੇ ਬੈਠੇ ਹੁੰਦੇ ਆ। ਟੀਚਰ ਜਿਹੜੇ ਨੇ ਸਕੂਲਾਂ ਦੇ ਵਿੱਚ ਉਹ ਵੀ ਕੋਈ ਲੇਟ ਨਹੀਂ ਹੁੰਦਾ, ਸਾਰੇ ਸਕੂਲਾਂ ਦੇ ਵਿੱਚ ਹੀ ਮਿਲਦੇ ਨੇ। ਹਜੇ ਕੰਮ ਉਹ ਹਾਵੀ ਚੀਜ਼ ਤਾਂ ਹੁਣ ਜਿਹੜੀਆਂ ਆਦਤਾਂ ਪਈਆਂ ਡਾਕਟਰ ਸਾਹਿਬ ਕਿੱਦਾਂ ਜਾਣਗੀਆਂ ਇਹ ਜਿਹੜੀਆਂ ਆਦਤਾਂ ਪਈਆਂ, ਚੱਲ ਗਏ ਨਹੀਂ ਚੱਲ ਗਏ ਨਾ ਸੀ, ਜੇ 2 ਘੰਟੇ ਲੇਟ ਚੱਲ ਗਏ ਤਾਂ ਵੀ ਕੋਈ ਨਹੀਂ। ਜੇ ਚੱਲ ਮੈਂ ਉੱਥੇ ਹਾਜ਼ਰੀ ਲਾ ਕੇ ਸਕੂਲ ਦੇ ਵਿੱਚ ਆਪ ਮੈਂ 2 ਘੰਟੇ ਸ਼ਹਿਰ ਗੇੜਾ ਮਾਰਿਆ, ਮੈਂ ਸਬਜ਼ਾ ਪੱਤਾ ਲਾਇਆ ਵਾ ਤਾਂ ਉਹ ਵੀ ਚੱਲਦਾ ਸੀ। ਤੇ ਹੁਣ ਛਾ ਚੀਜ਼ਾਂ ਤਾਂ ਲੋਕਾਂ ਨੂੰ ਹੌਲੀ ਹੌਲੀ ਚੰਗੀ ਗੱਲ ਹੋਈ ਹੈ। ਜਿਹੜੇ ਨਾ MLA ਨੇ, ਜਿਹੜੇ ਇਲੈਕਟਡ MLA ਨੇ, ਇਹਨਾਂ ਦੀ ਕਾਰਗੁਜ਼ਾਰੀ ਇਹ ਮੀਡੀਆ 'ਚ ਇੰਨੀ ਨਹੀਂ ਗੱਲ ਆ ਰਹੀ। ਇਹਨਾਂ ਸਾਰਿਆਂ ਦੀ ਕਾਰਗੁਜ਼ਾਰੀ ਜਿਹੜੀ ਆਮ ਪਹਿਲਾਂ MLA ਹੁੰਦੇ ਸੀ ਉਹਨਾਂ ਤੋਂ ਕਿਤੇ ਬਿਹਤਰ ਹੈ। ਪਹਿਲੇ ਜਿਹੜੇ MLA ਸੀ ਉਹਨਾਂ ਦਾ ਤਾਂ ਜਦੋਂ ਕੋਈ ਪੁਲਿਸ ਬੰਦਾ ਫੜ ਕੇ ਲੈ ਕੇ ਤੇ ਥਾਣੇਦਾਰ ਨੂੰ ਫੋਨ ਕਰਾਤਾ ਤੇ ਇੱਧਰ ਉੱਧਰ ਇਦਾਂ ਦੇ ਕੰਮਾਂ ਨੂੰ ਮਿਲ ਜਾ ਤੇ ਹੋਰ। ਪਰ ਹੁਣ ਇਹਨਾਂ ਨੂੰ ਡਿਊਟੀਆਂ ਵੰਡੀਆਂ ਗਈਆਂ, ਜਿਹੜੇ ਸਾਰੇ ਕੰਮ ਹੈਗੇ ਜਿਹੜੇ MLA ਦੀਆਂ ਅਸਲੀ ਰਿਸਪੌਂਸਿਬਿਲਿਟੀਆਂ ਹੁੰਦੀਆਂ ਉਹ ਇਹਨਾਂ ਨੂੰ ਦੱਸੀਆਂ ਤੇ ਇਹ ਲੋਕ ਫੀਲ ਕਰਦੇ, ਜਿਹੜੇ ਨੇੜਿਓਂ ਦੇਖਦੇ ਉਹ ਕੰਮ ਕਰ ਵੀ ਰਹੇ ਆ ਤੇ ਬੜੀ ਮਿਹਨਤ ਕਰ ਰਿਹਾ, ਸਿੱਖ ਵੀ ਰਿਹਾ ਕਿਵੇਂ ਆ। ਸੋ ਹੋਪਫੁਲੀ ਇਹਦਾ ਰਿਜ਼ਲਟ ਅੱਗੇ ਚੰਗਾ ਆਏਗਾ। ਪਾਰਟੀ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਜੇ ਬੰਦੇ, ਹਮੇਸ਼ਾ ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਨਾ ਵੋਟ ਚੰਗੇ ਬੰਦਿਆਂ ਨੂੰ ਪਾਉਣੀ ਚਾਹੀਦੀ ਆ, ਪਾਰਟੀ ਤੋਂ ਉੱਪਰ ਉੱਠ ਕੇ। ਪਾਰਟੀ ਦਾ ਟੈਗ ਜਿਹੜਾ ਆਪਣੇ ਨੂੰ ਲਾ ਦੇਣਾ ਚਾਹੀਦਾ ਤੇ ਫਿਰ ਸੁਧਾਰ ਹੋਊਗਾ। ਜੇ ਕੋਈ ਜਿਹੜਾ MLA ਆ ਜੀ, ਦੇਖੋ ਜੇ ਚੰਗਾ MLA ਉਹ ਕਿਸੇ ਵੀ ਸਰਕਾਰ ਦਾ ਹੋਵੇ ਨਾ ਤੇ ਉਹ ਤੁਹਾਡੀ ਹੈਲਪ ਕਰ ਸਕਦਾ, ਤੇ ਜੇ ਕੋਈ ਬੰਦਾ ਮਾੜਾ ਤੇ ਭਾਵੇਂ ਸਰਕਾਰ ਉਹਦੀ ਆਪਣੀ ਆ ਉਹ ਕੁਝ ਨਹੀਂ ਕਰਦਾ। ਸੋ ਬੰਦੇ ਚੰਗੇ ਲਿਆਉਣੇ ਚਾਹੀਦੇ। ਅੱਛਾ, ਇਹਦੇ ਨਾਲ ਸੀਗਾ ਜੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ MLA ਕੋਲੇ ਅਧਿਕਾਰ ਨਹੀਂ ਹੈ ਇਸ ਤਰ੍ਹਾਂ ਛਾਪੇ ਮਾਰਨ ਦਾ ਦਫ਼ਤਰਾਂ ਦੇ ਵਿੱਚ, ਇਹ ਕੋਈ ਹੈ ਕਿ ਨਹੀਂ? ਨਹੀਂ ਇਦਾਂ ਨਹੀਂ, ਅਧਿਕਾਰ ਡੈਫੀਨਿਟਲੀ ਕਿਉਂ ਨਹੀਂ ਹੈ, ਕਿਉਂਕਿ ਉਹ MLA ਲੋਕਾਂ ਦਾ ਨੁਮਾਇੰਦਾ। ਜੇ ਲੋਕਾਂ ਦੀ ਸੇਵਾ ਕਰਨ ਵਾਲਾ ਬੰਦਾ ਉਸ ਟਾਈਮ ਤੇ ਉੱਥੇ ਨਹੀਂ ਹੈ ਤੇ ਉਹਨੂੰ ਜਾ ਕੇ ਸਿਰਫ ਕਰਨਾ ਇਹ ਚਾਹੀਦਾ ਵੀ ਥੋੜਾ ਜਿਹਾ ਨਿਮਰਤਾ ਨਾਲ ਜਾਣਾ ਚਾਹੀਦਾ। ਜਿੱਦਾਂ ਸ਼ੁਰੂ ਚ ਵੀਡੀਓ ਆਈਆਂ ਸੀਗੀਆਂ ਤੇ ਉਹ ਜਿਸ ਤਰ੍ਹਾਂ ਦੀ ਬੋਲੀ ਸੀ ਉਹ ਨਹੀਂ ਹੋਣੀ ਚਾਹੀਦੀ। ਅਦਰਵਾਈਜ਼ ਜੇ ਉਹਨਾਂ ਨੂੰ ਲੱਗਦਾ ਹੈ ਤੇ ਉਹਨਾਂ ਦੇ ਹੱਥ ਡੈਫੀਨਿਟਲੀ ਪਾਵਰ ਆ। ਜੇ ਉਹ ਆਪਣੀ ਡਾਇਰੈਕਟ ਨਹੀਂ ਆ ਤਾਂ ਕਿਸੇ ਅੱਗੇ ਜਿਵੇਂ ਜੇ ਕੋਈ ਹੁਣ ਜੇ ਡਾਕਟਰ ਨਹੀਂ ਆ ਤੇ ਉਹ ਨਹੀਂ, ਉਹ ਇਹ ਚੀਜ਼ ਹੈਗੀ ਹੈ ਜੀ। ਜਿਹੜੇ ਕੇਸ ਹੋਏ ਵੀ ਨੇ, ਮੈਂ ਇਹ ਗੱਲ ਦਾ ਪਤਾ ਕੀਤਾ ਸੀ ਵੀ ਉਹ ਕਹਿੰਦੇ ਜੀ MLA ਨਹੀਂ ਸਸਪੈਂਡ ਕਰਦਾ। ਜੇ ਕਿਸੇ ਨੂੰ ਸਸਪੈਂਡ ਕਰਨਾ, ਕੋਈ ਸਕੂਲ ਦੇ ਵਿੱਚ ਨਹੀਂ ਹੈ ਜਾਂ ਡਾਕਟਰ ਹਸਪਤਾਲ ਦੇ ਵਿੱਚ ਨਹੀਂ ਹੈ, MLA ਸਸਪੈਂਡ ਨਹੀਂ ਕਰਦਾ। MLA ਉਹਦੇ ਜਿਹੜਾ ਹਾਈ ਅਥਾਰਟੀ ਹੈ ਉਹਨਾਂ ਨੂੰ ਹੀ ਆਰਡਰ ਕਰਦਾ। ਇਹ ਇੱਕ ਚਲੋ ਇਸੇ MLA ਦੀ ਬੁੱਕ ਤੇ ਇਸੇ ਕਰਕੇ ਆ ਵੀ ਆਮ ਬੰਦੇ ਦੀ ਉਹਨਾਂ ਨੇ ਨਹੀਂ ਗੱਲ ਸੁਣਨੀ। ਜੇ ਜਿਹੜੇ ਉਹਨੇ ਸੀਨੀਅਰ ਨੇ, ਚੀਫ ਮੈਡੀਕਲ ਆਫਿਸਰ CMO ਆ ਜਾਂ SMO ਆ ਜਾਂ ਹੈਲਥ ਮਿਨਿਸਟਰ ਹੈ, ਸੋ MLA ਦੀ ਉਹਨੀ ਗੱਲ ਸੁਣਨੀ ਹੈ। ਸੋ ਇਸ ਕਰਕੇ ਡਾਕਟਰ ਜਬ ਹੋਰ ਉਹਨਾਂ ਨੂੰ ਵੀ ਇਹੀ ਡਰ ਹੁੰਦਾ। ਆਪਾਂ ਚਲੋ ਡਾਕਟਰਾਂ ਤੇ ਮੇਰਾ ਪੇਸ਼ਾ, ਮੈਂ ਕਹਿੰਦਾ ਡਾਕਟਰ ਇੰਨੇ ਮਾੜੇ ਨਹੀਂ, ਹੋਰ ਆਪਾਂ ਟੀਚਰ ਤੇ ਡਾਕਟਰ ਇੱਕ ਦੋ ਇਦਾਂ ਦੇ ਪ੍ਰੋਫੈਸ਼ਨ ਨੇ ਤੇ ਸਾਨੂੰ ਉਹਨਾਂ ਦਾ ਕੰਮਾਂ ਦਾ ਜ਼ਰੂਰ ਦੇਖਣਾ ਚਾਹੀਦਾ। ਜੇ ਕੋਈ ਜਿਹੜੀਆਂ ਹੋਰ ਬਹੁਤ, ਮੈਂ ਕਹਿੰਦਾ ਤੁਸੀਂ ਪਟਵਾਰੀ, ਤਹਿਸੀਲਦਾਰ, ਮੈਨੂੰ ਤੁਹਾਡਾ ਵੀ ਬਹੁਤ ਪਿਆਰ ਹੋਣਾ, ਮੈਨੂੰ ਆਪਣਾ ਯਾਦ ਆ ਵੀ ਕੋਈ 10-12 ਸਾਲ ਪਹਿਲਾਂ ਰਜਿਸਟਰੀ ਕਰਾਉਣ ਦਾ ਸੀਗਾ ਕੰਮ ਤੇ ਉਹ ਸਾਰਾ ਦਿਨ ਤਹਿਸੀਲਦਾਰ ਨਹੀਂ ਵੜਿਆ ਤੇ ਉਹਨੇ 5:30 ਵਜੇ ਤਹਿਸੀਲ ਬੰਦ ਹੋਣੀ, 4:30 ਵਜੇ ਆ ਕੇ ਉਹਨੇ ਸਾਰਿਆਂ ਦੇ ਅੱਧੇ ਘੰਟੇ ਸਾਈਨ ਕੀਤੇ। ਸਵੇਰੇ 9 ਵਜੇ ਤੋਂ ਲੈ ਕੇ 4:30 ਵਜੇ ਤੱਕ ਤਹਿਸੀਲਦਾਰ ਸੀਲ 'ਚ ਨਹੀਂ ਸੀ।
ਯੂ نو ਇਦਾਂ ਦੇ ਕੰਮ ਜਿਹੜੇ ਨੇ ਇਹ ਐਮਐਲਏ ਕੰਮ ਤੇ ਹੋਰ ਕੀ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਚਲੋ ਤੋਰਾਂਗੇ ਜੀ ਗੱਲਬਾਤ ਨੂੰ ਅੱਗੇ, ਇੱਕ ਬ੍ਰੇਕ ਲੈ ਲਈਏ। ਹੋਰ ਡਾਕਟਰ ਸਾਹਿਬ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਬਣੇ ਰਹੋ, ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਸਾਡੇ ਨਾਲ ਗੱਲਬਾਤ ਕਰ ਰਹੇ ਨੇ, ਦੇਖਦੇ ਰਹੋ ਜਸ ਪੰਜਾਬ। ਹਾਜ਼ਰ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਤੇ ਪ੍ਰੋਗਰਾਮ ਅੱਜ ਜਿਹੜਾ ਸਾਡੇ ਦਰਸ਼ਕਾਂ ਦੇ ਰੂਬਰੂ ਰਿਕਾਰਡਡ ਚੱਲ ਰਿਹਾ। ਡਾਕਟਰ ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਨਾਲ ਗੱਲਬਾਤ ਚੱਲ ਰਹੀ ਆ, ਅੱਗੇ ਤੋਰਦੇ ਹਾਂ ਪ੍ਰੋਗਰਾਮ ਦਾ ਆਖਰੀ ਹਿੱਸਾ ਤੁਹਾਡੇ ਰੂਬਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਇੱਕ ਵਾਰ ਫਿਰ ਸਵਾਗਤ ਹੈ ਜੀ। ਧੰਨਵਾਦ। ਤੇ ਅੱਛਾ ਡਾਕਟਰ ਸਾਹਿਬ, ਜਿਹੜੀ ਤੁਸੀਂ ਆਪਾਂ ਗੱਲ ਕਰਦੇ ਸੀਗੇ, ਇੱਕ ਸਿਆਣੇ ਕਹਿੰਦੇ ਵੀ ਜਿੱਦਾਂ ਸੀਮੈਂਟ ਵਾਲੀਆਂ ਪੌੜੀਆਂ ਜਿਹੜੀਆਂ ਅਸੀਂ ਧੋਣੀਆਂ ਜੇ, ਤੇ ਜੇ ਥੱਲਿਓਂ ਧੋਣੀਆਂ ਸ਼ੁਰੂ ਕਰਾਂਗੇ ਤੇ ਉੱਪਰ ਤੱਕ ਜਾਂਦੇ ਫੇਰ ਗੰਦੀਆਂ ਹੋਣੀਆਂ, ਸਾਰੀ ਜ਼ਿੰਦਗੀ ਨਹੀਂ ਧੋਤੀਆਂ ਜਾਣੀਆਂ। ਵੀ ਉੱਤੇ ਚੜ੍ਹ ਕੇ ਛੱਤ ਤੇ 4 ਬਾਲਟੀਆਂ ਮਾਰੋ ਥੱਲੇ ਤੇ ਧੋਤੀਆਂ ਜਾਂਦੀਆਂ। ਹੁਣ ਜਿਹੜਾ ਇਹ ਚੰਗਾ ਕੰਮ ਜਿਹੜਾ ਰੁਝਾਨ ਇਹ ਹੋਇਆ ਕਿ ਉੱਪਰੋਂ ਕੰਮ ਸ਼ੁਰੂ ਹੋਇਆ, ਨਹੀਂ ਤਾਂ ਥੱਲੜੇ ਵਿਚਾਰੇ ਰਗੜੇ ਜਾਂਦੇ ਸੀ, ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ, ਚਾਹੇ ਉਹ ਆਹ ਕਰਪਸ਼ਨ ਦੀ ਗੱਲ ਹੋਵੇ। ਜਿਹੜੇ 50 ਰੁਪਏ ਲੈਣ ਵਾਲੇ, 100 ਰੁਪਏ ਲੈਣ ਵਾਲੇ ਸੀਗੇ, ਉਹ ਰਗੜੇ ਜਾਂਦੇ ਸੀ, ਤੇ ਜਿਹੜੇ ਕਰੋੜਾਂ ਵਾਲੇ ਸੀ ਉਹ ਬਚੇ ਰਹਿੰਦੇ ਸੀਗੇ। ਤੇ ਇਹ ਜਿਹੜਾ ਇਹ ਰੁਝਾਨ ਆ ਕਿ ਉੱਪਰੋਂ ਹੀ ਸਫਾਈ ਹੋ ਰਹੀ ਆ, ਇਹ ਵੀ ਪੰਜਾਬ ਵਾਸਤੇ ਵਧੀਆ ਰਹੇਗਾ ਜੀ ਆਉਣ ਵਾਲੇ ਸਮੇਂ 'ਚ। ਇਹ ਦੇਖੋ ਜੀ, ਮੈਂ ਹੁਣ ਆਪਾਂ ਇੰਨੀ ਜ਼ਿੰਦਗੀ ਦੇਖ ਲਈ ਆ, ਦੁਨੀਆ ਦੇਖ ਲਈ ਆ ਕਿ ਨਾ ਤੇਲ ਦੇਖੋ, ਤੇਲ ਦੀ ਧਾਰ ਦੇਖੋ ਨਾ, ਇਹ ਸ਼ੁਰੂਆਤ ਤਾਂ ਹੋਈ ਹੈ। ਤੇ ਜਦੋਂ ਸਰਕਾਰਾਂ ਦੇ ਹੱਥ ਬੜੀ ਪਾਵਰ ਹੁੰਦੀ ਆ, ਤੇ ਜਿਹੜੇ ਪੋਲੀਟੀਸ਼ੀਅਨ ਆ ਇਹਨਾਂ ਦੇ, ਸਾਡਾ ਸਿਸਟਮ ਇਦਾਂ, ਇਹਨਾਂ ਦੇ ਹੱਥ ਬਹੁਤ ਕੁਛ ਹੈ। ਜਦੋਂ ਕਈ ਵਾਰੀ ਇਦਾਂ ਦੇ ਡਿਸੀਜਨ ਲਏ ਜਾਂਦੇ ਆ ਨਾ, ਤੇ ਇਹਨਾਂ ਨੂੰ ਦਿੱਤੇ ਜਾਂ ਦੇਣ ਵਾਲੇ ਲਾਲਚ ਵੀ ਜਿਹੜੇ ਵੱਧ ਜਾਂਦੇ। ਤੋ ਇਹ ਹੁਣ ਟਾਈਮ ਦੱਸੂਗਾ ਕਿ ਇਹ ਇੱਦਾਂ ਹੀ ਲੱਗੇ ਰਹਿੰਦੇ ਆ, ਜਾਂ ਕਿਸੇ ਲਾਲਚ ਵਸ ਜਾਂ ਕਿਸੇ ਮਜਬੂਰੀ ਵਸ ਜਿਹੜੇ ਉਹ ਹਟ ਜਾਂਦੇ ਆ ਰੌਲਾ ਪਾ ਕੇ। ਸੋ ਆਪਾਂ ਇਹ ਟ੍ਰੈਂਡ ਠੀਕ ਹੈ, ਇਹਦਾ ਰਿਜ਼ਲਟ ਜਿਹੜਾ ਨਾ ਆਪਾਂ ਨੂੰ ਐਟਲੀਸਟ 1 ਸਾਲ ਤੇ 1.5-2 ਸਾਲ ਤੱਕ ਪਤਾ ਲੱਗੇਗਾ। ਕਿਉਂਕਿ ਕਈ ਚੀਜ਼ਾਂ ਅਜੇ ਵੀ, ਚਲੋ ਆਪਾਂ ਹੁਣ ਇੰਨਾ ਟਾਈਮ ਨਹੀਂ ਆ ਡਿਸਕਸ ਕਰਨ ਦਾ, ਜਿਹੜੇ ਡਿਸੀਜਨ ਡਿਫਰੈਂਟ ਤਰ੍ਹਾਂ ਦੇ ਹੋਣੇ ਚਾਹੀਦੇ ਸੀ ਜਿਹੜੇ ਉਹ ਲੈ ਗਏ, ਉਹਦੇ ਪਿੱਛੇ ਜਿਹੜੀ ਕੀ ਮਨਸ਼ਾ ਸੀ ਇਸ ਸਰਕਾਰ ਦੀ ਜਾਂ ਓਵਰਆਲ ਆਮ ਆਦਮੀ ਪਾਰਟੀ ਦੀ, ਉਹ ਆਪਾਂ ਪਰ ਉਹਦੇ ਲਈ ਟਾਈਮ ਦੇਣਾ ਚਾਹੀਦਾ। ਦੇਖੋ ਆਪਾਂ ਨੂੰ ਵੀ ਸਾਰੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ, ਸੋ ਆਪਾਂ ਨੂੰ ਟਾਈਮ, ਇਹ ਜਿਹੜਾ ਰਿਜ਼ਲਟ ਹੈ ਨਾ, ਇਹ 1.5-2 ਸਾਲ ਬਾਅਦ ਨਵੀਂ ਵਿਆਹੀ ਬਹੁਤ ਦੱਸਵੇ ਸਾਰਿਆਂ ਨੂੰ ਚੰਗੀ ਲੱਗਦੀ ਹੈ। ਸੋ ਥੋੜਾ ਟਾਈਮ। ਪਹਿਲਾਂ ਤਾਂ ਹਰੇਕ ਕਹਿੰਦਾ ਭਾਈ ਬੁੜੀ ਜਿਹੜੀ ਵੀ ਆਉਂਦੀ 5 ਰੁਪਏ ਫੜਾ ਕੇ, ਭਾਈ ਬਹੂ ਬੜੀ ਸੁਨੱਖੀ ਹੈ, ਬਹੂ ਬੜੀ ਸੁਨੱਖੀ ਹੈ, ਗੋਰੀ ਚਿੱਟੀ ਹੈ। ਤੇ ਬਾਅਦ 'ਚ ਪਤਾ ਲੱਗਦਾ ਜਦੋਂ ਬਹੂ ਤਾਰੇ ਦਿਖਾਉਂਦੀ ਆ, ਤੇ ਫਿਰ ਸਾਰੇ ਕਹਿੰਦੇ ਵੀ ਸੁਨੱਖੀ ਨੂੰ ਕੀ ਚੱਟਣਾ। ਸੋ ਭਾਈ ਇਮਾਨਦਾਰ ਬੰਦੇ ਹੈਗੇ ਨੇ ਸਾਰੇ, ਬੜੀ ਚੰਗੀ ਗੱਲ ਹੈ। ਤੇ ਪਰ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ, ਮਤਲਬ ਇਉਂ ਲੱਗਦਾ ਕਈ ਵਾਰੀ 2 ਚੀਜ਼ਾਂ ਲੱਗਦੀਆਂ। ਇੱਕ ਤਾਂ ਵੀ ਬਹੁਤ ਜ਼ਿਆਦਾ ਇਮਾਨਦਾਰੀ ਜਿਹੜੀ ਆ ਉਹ ਵੀ ਤੰਗ ਕਰ ਸਕਦੀ ਆ। ਇੱਕ ਜਿਹੜੇ ਡਿਸੀਜਨ ਨੇ, ਮਾਨ ਸਾਹਿਬ ਮੈਨੂੰ ਇਉਂ ਲੱਗਦਾ ਇਹ ਚਾਹੁੰਦੇ ਨੇ ਕਿ ਮੈਂ ਹੁਣ ਰਾਤੋਂ ਰਾਤ ਹੀ ਮੇਰੇ ਕੋਲ ਪਾਵਰ ਆ ਗਈ, ਮੈਂ ਰਾਤੋਂ ਰਾਤ ਸਾਰਾ ਕੁਝ ਠੀਕ ਕਰ ਦੇਵਾਂ, ਤੇ ਰਾਤੋਂ ਰਾਤ ਥੋੜਾ ਜਿਹਾ ਸਹਿਜੇ ਕੰਮ। ਹਾਂਜੀ ਭਾਜੀ, ਉਹ ਜਿਹੜੀ ਆਪਣੇ ਲਾਰੇ ਲਾਏ ਹੋਏ ਨਾ ਵੀ ਆਪਾਂ 24 ਘੰਟੇ ਜਿੱਦਾਂ ਕਰ ਦਾਂਗੇ, ਪਹਿਲੀ ਮੀਟਿੰਗ 'ਚ ਕਰ ਦਾਂਗੇ, ਉਹ ਨਹੀਂ ਜੀਣ ਦਿੰਦੇ। ਤੇ ਹੁਣ ਕਹਿ ਨਹੀਂ ਸਕਦੇ ਮੈਨੂੰ 6 ਮਹੀਨੇ ਦਿਓ। ਸੋ ਇਸ ਕਰਕੇ ਇਹਨਾਂ ਦੀ ਮਜਬੂਰੀ ਆ। ਪਰ ਆਪਾਂ ਨੂੰ ਸਮਝਣਾ ਚਾਹੀਦਾ ਵੀ ਜੇ ਕੋਈ ਚੰਗਾ ਕੰਮ ਕਰ ਰਿਹਾ ਨਾ, ਉਹਨੂੰ ਜ਼ਰੂਰ ਅਪਰੀਸ਼ੀਏਟ ਕਰਨਾ ਚਾਹੀਦਾ। ਜਿਹੜੇ ਆਮ ਆਦਮੀ ਪਾਰਟੀ ਨੂੰ ਜਿਹਨੇ ਨਹੀਂ ਵੀ ਵੋਟ ਪਈ, ਉਹਨੂੰ ਕੋਈ ਚੰਗਾ ਕੰਮ ਲੱਗਦਾ ਹੈ, ਸਾਡੇ ਭਲੇ 'ਚ ਆ, ਪੰਜਾਬ ਦੇ ਭਲੇ 'ਚ ਹੀ ਆ। ਤੇ ਪੋਲੀਟੀਸ਼ੀਅਨ ਵੀ ਦੇਖਦੇ ਆ ਕਿ ਲੋਕੀ ਕੀ ਚਾਹੁੰਦੇ ਆ। ਜੇ ਲੋਕੀ ਇਹਨਾਂ ਗੱਲਾਂ ਨੂੰ ਅਪਰੀਸ਼ੀਏਟ ਕਰਨਗੇ, ਸਪੋਰਟ ਕਰਨਗੇ, ਤੇ ਬਾਕੀ ਪੋਲੀਟੀਸ਼ੀਅਨ ਵੀ ਜਿਹੜੇ ਨਾ ਉਹਨੂੰ ਫੋਲੋ ਕਰਨਗੇ। ਸੋ ਜ਼ਰੂਰ ਚੰਗੀ ਗੱਲ ਨੂੰ ਚੰਗੇ ਕਹਿਣਾ ਚਾਹੀਦਾ, ਤੇ ਸਿਰਫ ਇਸ ਕਰਕੇ ਵੀ ਪਾਰਟੀ ਸਾਡੀ ਨਹੀਂ ਹੈ, ਮਾੜਾ ਨਹੀਂ ਕਹਿਣਾ। ਬਿਲਕੁਲ ਜੀ, ਕੰਮ ਨੂੰ। ਅੱਛਾ ਰਿਜ਼ਲਟ ਆ ਜਾਏਗਾ ਜੀ ਸੰਗਰੂਰ ਵਾਲਾ, ਤੇ ਸੰਗਰੂਰ ਵਾਲੇ ਰਿਜ਼ਲਟ ਦਾ ਕਿੰਨਾ ਕੁ ਪ੍ਰਭਾਵ ਪਏਗਾ ਜੇ ਇਹਨਾਂ ਦਾ ਵੋਟ ਪਰਸੈਂਟੇਜ ਘਟਦੀ ਆ ਆਮ ਆਦਮੀ ਪਾਰਟੀ ਦੀ ਪਹਿਲਾਂ ਨਾਲੋਂ? ਚਲੋ ਥੋੜੀ ਬਹੁਤ ਘਟਦੀ ਹੈ ਤਾਂ ਨਹੀਂ ਬੜਾ ਮਹਿਸੂਸ ਹੁੰਦਾ, ਜੇ ਵਾਹਵਾ ਘਟਦੀ ਹੈ ਤੇ ਫਿਰ ਉਹਦਾ ਮਤਲਬ ਫਿਰ ਇਹੀ ਹੋਏਗਾ ਜੀ ਕਿ ਜਿਹੜੀ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਮੋਹ ਭੰਗ ਹੋ ਗਿਆ। ਹਾਂਜੀ ਇਹ ਜਿਹੜੀ ਇਲੈਕਸ਼ਨ ਹੈ ਨਾ, ਕੋਈ ਵੀ ਬਾਈ ਇਲੈਕਸ਼ਨ ਜਦੋਂ ਹੁੰਦੀ ਹੈ, ਸਪੈਸ਼ਲੀ ਇਦਾਂ ਦੀ ਜਿੱਥੇ ਸਾਰਿਆਂ ਦੀ ਨਿਗਾਹ, ਇਹਦੇ ਬਹੁਤ ਫਾਰ ਰੀਚਿੰਗ ਕਨਸੀਕੁਐਂਸਸ ਹੁੰਦੇ ਆ। ਜਦ ਕਿ ਐਮਪੀ ਦੀ ਕੋਈ ਇੰਨੀ ਜ਼ਿਆਦਾ ਵੋਕਤ ਨਹੀਂ ਹੁੰਦੀ, ਇੱਕ ਹੀ ਹੈ ਨਾ 525 ਦੇ ਵਿੱਚੋਂ। ਤੇ ਉਹ ਆਪਾਂ ਨੂੰ ਪਤਾ ਕਿ ਐਮਪੀ ਦੇ ਹੱਥ ਕਿੰਨੀ ਕੁ ਪਾਵਰ ਆ, ਕੁਝ ਵੀ ਆਪਣੇ ਹਲਕੇ ਦਾ ਵੀ ਕਰਨ ਲਈ। ਪਰ ਇਹਦੇ ਰਿਜ਼ਲਟ ਦਾ ਅਸਰ ਬੜਾ ਆਪਣਾ ਪੰਜਾਬ ਦੇ ਵਿੱਚ। ਜੇ ਆਮ ਆਦਮੀ ਪਾਰਟੀ ਦੀ ਵੋਟ ਬਹੁਤ ਘਟ ਗਈ, ਜਾਂ ਮਸੇ ਜਿੱਤੇ, ਜਾਂ ਨਹੀਂ ਜਿੱਤੇ, ਜੇ ਆਪਾਂ ਸਪੋਜ਼ ਕਰੀਏ ਹਾਰ ਗਏ, ਤੇ ਇੱਕਦਮ ਜਿਹੜਾ ਨਾ ਆਪੋਜੀਸ਼ਨ ਕਰਨ ਨੂੰ ਵੀ ਗੱਲ ਮਿਲ ਜਾਣੀ ਸੀ, ਤੇ ਲੋਕਾਂ ਨੂੰ ਵੀ ਲੱਗਣਾ ਸੀਗਾ ਵੀ ਇਹ ਦੇਖ ਲਓ ਕੀ ਹੋਇਆ 3-4 ਮਹੀਨੇ 'ਚ ਕਿਵੇਂ ਹੋਇਆ।
ਉਹਦੇ ਨਾਲ ਵੀ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ ਜੱਗੀ ਸਾਹਿਬ ਵੀ ਜਿਹੜਾ ਨਾ ਜਿਹੜੀ ਵੀ ਪਾਰਟੀ ਨੰਬਰ 2 ਆ ਗਈ ਜਾਂ ਜਿੱਤ ਗਈ, ਜੇ ਆਮ ਆਦਮੀ ਪਾਰਟੀ ਹਾਰਦੀ ਹੈ ਤੇ ਉਹ ਇੱਕ ਵਾਇਬਲ ਆਪੋਜੀਸ਼ਨ ਫਿਊਚਰ ਲਈ ਉਹਦਾ ਬੇਸ ਬਣ ਨੈਕਸਟ ਇਲੈਕਸ਼ਨ ਲਈ ਜਾਂ ਆਉਣ ਵਾਲੀਆਂ ਐਮਪੀ ਦੀਆਂ ਇਲੈਕਸ਼ਨ ਦੇ ਵਿੱਚ ਬੇਸ ਬਣ ਜਾਏਗਾ। ਇਹਦਾ ਆਮ ਲੋਕਾਂ 'ਚ ਨਾ ਇੱਕ ਹਵਾ ਜੀ ਬਣ ਜਾਂਦੀ ਹੈ ਤੇ ਉਹ ਜਿੱਦਾਂ ਆਪੋਜੀਸ਼ਨ ਵਾਲੇ ਜਿਹੜੇ ਹਰੇ ਹੋਏ ਐਮਪੀ ਐਮਐਲਏ ਆ ਉਹਨਾਂ ਨੂੰ ਜਿਹੜਾ ਸਾਹ ਸੌਖਾ ਆਉਣ ਲੱਗ ਜਾਣਾ। ਸੋ ਇਹਦਾ ਬੜਾ ਅਸਰ ਪੈਣਾ ਤੇ ਅਸਰ ਪੈਣਾ। ਇਹਨਾਂ ਵੋਟਾਂ ਦੇ ਵਿੱਚ ਜਿਹੜਾ ਜ਼ੋਰ ਲੱਗਿਆ ਸੀਗਾ ਜੀ ਉਹ ਇਹ ਨਹੀਂ ਲੱਗਿਆ ਸੀ ਵੀ ਅਸੀਂ ਸੀਟ ਜਿੱਤਣੀ ਆ। ਜ਼ੋਰ ਆਮ ਆਦਮੀ ਪਾਰਟੀ ਦਾ ਇਹ ਲੱਗਿਆ ਸੀਗਾ ਕਿ ਅਸੀਂ ਭਾਈ ਸਾਡਾ ਇੱਜ਼ਤ ਰਹਿ ਜਾਵੇ, ਅਸੀਂ 3 ਮਹੀਨੇ 'ਚ ਕੰਮ ਵਧੀਆ ਕੀਤੇ ਤੇ ਵਧੀਆ ਤਰੀਕੇ ਨਾਲ ਫੇਰ ਜਿੱਤ ਗਏ ਤੇ ਗਾਂਹ ਵਾਸਤੇ ਫਿਰ ਕੰਮ ਪੱਕਾ। ਤੇ ਅਕਾਲੀ ਦਲ ਤਾਂ ਲੱਗਿਆ ਸੀਗਾ ਵੀ ਅਸੀਂ ਸਾਡੀ ਜਿਹੜਾ ਉਮੀਦਵਾਰ ਜਿੱਤਦਾ ਤੇ ਉਹਨਾਂ ਦਾ ਜਿਹੜਾ ਉਹ ਜਗ੍ਹਾ ਭਾਲਦੇ ਫਿਰਦੇ ਆਪਣੀ ਜ਼ਮੀਨ ਵੀ ਉਹਨਾਂ ਨੂੰ ਉਹ ਮਿਲ ਜੂਗੀ। ਤੇ ਕਾਂਗਰਸ ਵਾਲੇ ਆਪਣਾ ਲੱਗੇ ਤੇ ਬੀਜੇਪੀ ਆਪਣਾ ਖੜਾ ਕੇ ਦਾ ਆਪਣੇ ਹਿਸਾਬ ਲੱਗੇ ਹੋਏ ਸਾਰੇ ਨੂੰ। ਹਾਂਜੀ, ਇੱਕ ਇਹਦਾ ਇਹ ਹੈ ਕਿ ਭਗਵੰਤ ਮਾਨ ਹੁਣਾਂ ਦਾ ਨਾ ਬੜੇ ਲੋਕਾਂ ਨਾਲ ਜੁੜੇ ਲੀਡਰ ਸੀਗੇ। ਉਹ 2 ਵਾਰੀ ਜੇ ਦੂਸਰੀ ਵਾਰ ਜਦੋਂ ਜਿੱਤੇ ਨਾ, ਪਹਿਲੀ ਵਾਰ ਤਾਂ ਆਮ ਆਦਮੀ ਪਾਰਟੀ ਦੀ ਲਹਿਰ 'ਚ ਜਿੱਤ ਗਏ, ਜਦੋਂ ਦੂਸਰੀ ਵਾਰ ਜਿੱਤੇ ਤੇ ਉਹ ਇਕੱਲੇ ਹੀ ਐਮਪੀ ਆਮ ਆਦਮੀ ਪਾਰਟੀ ਦੇ ਜਿੱਤੇ ਸੀ। ਉਹਦੇ 'ਚ ਮਾਨ ਸਾਹਿਬ ਦਾ ਆਪਣਾ ਕਿਰਦਾਰ, ਉਹਨਾਂ ਦੀ ਪਰਸਨੈਲਿਟੀ ਲੋਕਾਂ ਨਾਲ ਜੁੜੇ ਰਹਿਣਾ ਬਹੁਤ ਵੱਡੀ ਗੱਲ ਸੀ। ਹੁਣ ਉਹਨਾਂ ਦਾ ਜਿਹੜਾ ਨਵਾਂ ਉਮੀਦਵਾਰ ਹੈ ਉਹਦੇ 'ਚ ਉਹ ਗੱਲ ਨਹੀਂ ਹੋਣੀ, ਸੋ ਵੀ ਇੱਕ ਫੈਕਟਰ ਹੈ। ਬਿਲਕੁਲ ਬਿਲਕੁਲ ਬਿਲਕੁਲ। ਤੇ ਅਸੀਂ ਹੁਣ ਥੋੜੀ ਦੇਰ ਗੱਲ ਕਰਾਂਗੇ, ਥੋੜਾ ਸਮਾਂ ਹੈਗਾ, ਸਾਹਿਤ ਦੀ ਵੀ ਗੱਲ ਕਰ ਲਈਏ, ਸਾਹਿਤ ਦੇ ਨਾਲ ਨਾਲ ਸਿਹਤ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ। ਤੁਸੀਂ ਬੁੱਕ ਜਿਹੜੀ ਲਿਖੀ ਸੀ ਹੈਲਥ ਗਾਈਡ, ਤੇ ਉਹ ਫਿਰ ਗਾਈਡ ਕਰ ਰਹੀ ਹੈ ਜੀ। ਬੁੱਕ ਸਾਡੇ ਕੋਲ ਵੀ ਪਈਆਂ, ਮੈਂ ਦਰਸ਼ਕਾਂ ਨੂੰ ਦੱਸ ਦੇਵਾਂ। ਡਾਕਟਰ ਸਾਹਿਬ ਨੇ ਇੱਕ ਹੈਲਥ ਗਾਈਡ ਬੁੱਕ ਲਿਖੀ ਸੀ, ਉਹਦੇ 'ਚ ਛੋਟੇ ਮੋਟੀਆਂ ਬਿਮਾਰੀਆਂ ਦੇ ਨੁਸਖੇ ਜਿਹੜੇ ਹੈਗੇ ਨੇ, ਇਲਾਜ, ਘਰੇਲੂ ਇਲਾਜ, ਉਹ ਸਾਰੇ ਲਿਖੇ ਨੇ। ਮੇਰੇ ਕੋਲ ਇੱਥੇ ਪਈਆਂ ਨੇ ਕਿਤਾਬਾਂ 1-2, ਜੇ ਕਿਸੇ ਨੂੰ ਚਾਹੀਦੀ ਹੋਵੇ ਲੈ ਸਕਦੇ ਹੋ। ਤੇ ਇਦੋਂ ਅੱਗੇ ਨਹੀਂ ਕੀਤਾ ਡਾਕਟਰ ਸਾਹਿਬ ਕੁਛ? ਹਾਂਜੀ, ਇਹਦੇ ਦੇਖੋ ਹੈਲਥ ਲਈ ਤਾਂ ਮੈਂ ਨਾ ਦੇਖੋ ਹੈਲਥ ਦੀਆਂ ਬੁੱਕਸ ਬਹੁਤ ਨੇ। ਮੇਰਾ ਹਮੇਸ਼ਾ ਹੀ ਹੁੰਦਾ ਸੀ ਕਿ ਬੁੱਕ ਇਦਾਂ ਦੀ ਲਿਖੀ ਜਿਹੜੇ ਆਮ ਲੋਕ ਪੜ੍ਹ ਸਕਣ ਤੇ ਉਹ ਫਾਇਦਾ। ਸਿਹਤ ਨਾਲ ਰਿਲੇਟਡ ਕਿਤਾਬਾਂ ਬਹੁਤੀਆਂ, ਟੈਕਨੋਲੋਜੀ ਟਰਮੀਨੋਲੋਜੀ ਇਦਾਂ ਦੀ ਆਮ ਬੰਦੇ ਦੇ ਸਿਰ ਤੋਂ ਉੱਪਰ ਦੀ ਗੱਲ ਲੰਘ ਜਾਂਦੀ ਆ। ਤੇ ਉਹ ਭਾਜੀ ਮੈਨੂੰ ਬੜੀ ਖੁਸ਼ੀ ਆ ਵੀ ਲੋਕਾਂ ਨੇ ਬਹੁਤ ਪੜ੍ਹੀ ਆ। ਇਹ ਘੱਟੋ ਘੱਟ 2016 ਦੇ ਵਿੱਚ ਬੁੱਕ ਆਈ ਸੀ ਤੇ ਅੱਜ ਵੀ ਇਹਦੀ ਡਿਮਾਂਡ, ਮਤਲਬ ਲਿਟਰਲੀ ਮੈਨੂੰ ਅਜੇ ਵੀ ਈਮੇਲਸ ਆਉਂਦੀਆਂ ਜਿਨ੍ਹਾਂ ਨੂੰ ਮੈਂ ਨਹੀਂ ਵੀ ਜਾਣਦਾ ਹੁੰਦਾ ਤੇ ਕਈਆਂ ਨੇ ਆਪਣੇ ਬਿਜ਼ਨਸ ਤੇ ਰੱਖੀ ਆ। ਤੁਸੀਂ ਵੀ ਅੱਜ ਗੱਲ ਕੀਤੀ ਆ, ਸੋ ਮੈਨੂੰ ਬੜੀ ਇੱਕ ਸਕੂਨ ਮਿਲਦਾ ਕਿ ਜਿਸ ਕੰਮ ਲਈ ਮੈਂ ਕੀਤਾ ਸੀ, ਕਿਉਂਕਿ ਮੈਜੋਰਿਟੀ ਬੁੱਕਸ ਜਿਹੜੀਆਂ ਫ੍ਰੀ ਵੰਡੀਆਂ ਗਈਆਂ ਇੰਡੀਆ 'ਚ। ਵੈਸੇ ਜਿਹੜੇ ਪਬਲਿਸ਼ਰ ਨੇ ਉਹਨਾਂ ਨੇ ਉਹ 3rd ਐਡੀਸ਼ਨ ਚੱਲ ਰਹੀ ਆ, ਉਹ ਸੋਲਡ ਆਊਟ ਹੋਇਆ, ਪਹਿਲੇ 2 ਐਡੀਸ਼ਨਸ, ਸੋ ਬਹੁਤ ਸਕਸੈਸਫੁਲ ਰਿਹਾ। ਤੋ ਹੈਲਥ ਨਾਲ ਰਿਲੇਟਡ ਤਾਂ ਮੈਨੂੰ ਬੁੱਕ ਲਿਖਣ ਦੀ ਹੋਰ ਲੋੜ ਨਹੀਂ ਲੱਗਦੀ, ਪਰ ਜੇ ਮੈਨੂੰ ਕਦੀ ਫਿਊਚਰ 'ਚ ਲੱਗੇ ਕੋਈ ਇੱਕ ਜਾਂ ਹੋਰ ਟੌਪਿਕ ਜਿਹੜਾ ਕੋਈ ਬਿਮਾਰੀ ਇਦਾਂ ਦੀ ਹੈ ਜਿਹਦੇ ਬਾਰੇ ਲੋਕਾਂ ਨੂੰ ਜ਼ਿਆਦਾ ਦੱਸਣ ਦੀ ਲੋੜ ਆ ਤੇ ਹੋ ਸਕਦਾ। ਪਰ ਜਿਹੜਾ ਮੇਰਾ ਇੱਕ ਬੜੀ ਦੇਰ ਤੋਂ ਮੇਰੇ ਮਨ 'ਚ ਖਿਆਲ ਸੀ ਉਹ ਬੜਾ ਸਕਸੈਸਫੁਲੀ ਪੂਰਾ ਹੋਇਆ। ਸੋ ਥੈਂਕ ਯੂ। ਵਾਹ ਜੀ ਵਾਹ। ਤੇ ਸਾਹਿਤ ਦੀ ਗੱਲ ਕਰ ਲਈਏ ਤਾਂ ਉਹਦੀ ਤੁਹਾਡੀ ਕੋਈ ਕਿਤਾਬ ਵਗੈਰਾ ਆ ਰਹੀ ਹੈ, ਰਚਨਾਵਾਂ ਦੀ, ਕਵਿਤਾਵਾਂ ਦੀ? ਹਾਂਜੀ, ਇਹ ਮੈਨੂੰ ਕਿਤਾਬ ਛਪਾਉਣ ਦੀ ਕਾਹਲੀ ਨਹੀਂ ਕੋਈ, ਕਿਉਂਕਿ ਮੇਰਾ ਸੋਚਣ ਦਾ ਇਹ ਹੈ ਕਿ ਕਿਤਾਬ ਛਪਾਉਣੀ ਸਿਰਫ ਛਪਾਉਣ ਦੇ ਜ਼ਰੀਏ ਨਾ ਹੋਵੇ, ਇਦਾਂ ਦੀ ਹੋਵੇ ਵੀ ਜੇ ਉਹਨੂੰ ਲੋਕੀ ਪੜ੍ਹਨ, ਲੱਭਣ ਤੇ ਉਹਨੂੰ ਉੱਤੇ ਟਾਈਮ ਤੋਂ ਜੋ ਕੁਝ ਸਿੱਖਣ। ਤੇ ਕਿਉਂਕਿ ਅੱਜ ਕੱਲ੍ਹ ਨਾ ਬੁੱਕ ਛਪਾਉਣੀ ਸੌਖੀ ਬਹੁਤ ਹੋ ਗਈ ਹੈ। 25 ਸਾਲ ਪਹਿਲਾਂ ਪ੍ਰਿੰਟਿੰਗ ਪ੍ਰੈਸਿਸ ਘੱਟ ਹੁੰਦੀਆਂ ਸੀ, 2-3 ਪਬਲਿਸ਼ਰ ਹੁੰਦੇ ਸੀ ਪੰਜਾਬ 'ਚ। ਬੁੱਕ ਛਪਣੀ ਉਹਨਾਂ ਦਾ ਵੀ ਰੈਪੂਟੇਸ਼ਨ ਹੁੰਦਾ ਸੀ, ਆਮ ਬੁੱਕ ਨਹੀਂ ਸੀ ਛਾਪਦੇ ਹੁੰਦੇ। ਉਦੋਂ ਬੁੱਕ ਛਪਣੀ ਬਹੁਤ ਵੱਡੀ ਗੱਲ ਹੁੰਦੀ ਸੀ। ਅੱਜ ਕੱਲ੍ਹ ਤਾਂ ਬੁੱਕਸ ਜਿਹੜੀਆਂ ਇੰਨੀਆਂ ਸਸਤੀਆਂ ਛਪ ਜਾਂਦੀਆਂ, ਜਿਹੜਾ ਮਰਜ਼ੀ ਛਪਾ ਲਿਆ। ਤੇ ਬਾਕੀ ਲੋਕੀ ਕਰਦੇ ਵੀ ਇੱਦਾਂ 200-300 ਛਪਾ ਕੇ ਆਪਣੇ ਫਰੈਂਡਸ ਦੇ ਵਿੱਚ ਵੰਡ ਲਿਆ ਜਾਂ ਕਹਿਣ ਲਈ ਹੋ ਜਾਂਦਾ। ਸੋ ਭਾਜੀ ਮੈਂ ਉਸ ਚੱਕਰ 'ਚ ਨਹੀਂ ਪੈਣਾ ਚਾਹੁੰਦਾ। ਸੋ ਬੁੱਕ ਦਾ ਫਾਰਮੈਟ ਬਣ ਰਿਹਾ, ਪਰ ਜਦੋਂ ਮੈਨੂੰ ਪੂਰੇ ਦਿਲ ਨੂੰ ਤਸੱਲੀ ਹੋਏਗੀ ਕਿ ਉਹ ਇੱਕ ਇਦਾਂ ਦੀ ਬੁੱਕ ਹੈਗੀ ਆ ਜਿੱਦਾਂ ਦੀ ਹੈਲਥ ਗਾਈਡ ਸੀ ਵੀ ਆਮ ਲੋਕੀ ਅੱਜ ਤੱਕ ਗੱਲਾਂ ਕਰਦੇ ਆ ਤੇ ਉਹਨੂੰ ਫਾਇਦਾ ਹੁੰਦਾ ਪੜ੍ਹ ਕੇ, ਫਿਰ ਜ਼ਰੂਰ ਕਰਾਂਗੇ। ਤੇ ਹੁਣ ਸਿਹਤ ਦਾ ਕੋਈ ਟਿਪ ਸਾਡੇ ਦਰਸ਼ਕਾਂ ਨੂੰ ਅਖੀਰ ਦੇ ਵਿੱਚ 1 ਅੱਧੇ ਮਿੰਟ ਦੇ ਵਿੱਚ ਆਪਣੀ ਸਿਹਤ ਨੂੰ ਠੀਕ ਰੱਖਣ ਵਾਸਤੇ, ਜਾਂ ਇੱਕ ਬਾਹਲੀ ਬਿਮਾਰੀ ਅੱਜ ਕੱਲ੍ਹ ਫਰਸਟ੍ਰੇਸ਼ਨ ਦੀ ਚੱਲੀ ਹੈ, ਉਹਦੇ ਤੋਂ ਕਿਵੇਂ ਬਚਾਅ ਹੋ ਸਕਦਾ, ਉਹ 1 ਅੱਧੇ ਮਿੰਟ 'ਚ ਜ਼ਰੂਰ ਕੁਛ ਨਾ ਕੁਛ ਦੱਸ ਦਿਓ। 1 ਅੱਧੇ ਮਿੰਟ 'ਚ ਫਿਰ ਆਪਾਂ ਏਦਾਂ ਕਰਦੇ। ਇੱਕ ਤਾਂ ਮੈਂ ਨਾ weight loss ਦੀ ਬਹੁਤ ਗੱਲ ਆਮ ਮੇਰੇ ਨਾਲ ਵੀ ਕੁਐਸਚਨ ਕਰਦੇ, ਆਮ ਗੱਲ ਹੁੰਦੀ ਹੈ। ਉਹਦੇ 'ਚ ਟਿਪ ਮੇਰਾ ਇਹ ਜ਼ਰੂਰ ਮੈਂ ਕਹੂੰਗਾ, ਆਮ ਲੋਕਾਂ 'ਚ ਭੁਲੇਖਾ ਹੁੰਦਾ ਵੀ ਜਿਹੜਾ weight lose ਕਰਨਾ ਨੂੰ ਐਕਸਰਸਾਈਜ਼ ਨਾ ਹੁੰਦਾ, ਜਦ ਕਿ 80% ਦਾ weight lose ਉਹ ਤੁਹਾਡੀ ਡਾਈਟ ਨਾਲ ਹੁੰਦਾ। ਤੁਸੀਂ ਖਾਣ ਦਾ ਕਿੰਨਾ ਖਿਆਲ ਰੱਖਦੇ ਹੋ, ਕੀ ਖਾਂਦੇ ਹੋ। ਅੱਛਾ ਜੀ। ਜਿਹੜੀ ਐਕਸਰਸਾਈਜ਼ ਹੈ ਨਾ ਉਹ ਤੁਹਾਡੀ ਫਿਟਨੈਸ ਲਈ ਤੇ ਫਲੈਕਸੀਬਿਲਿਟੀ ਲਈ ਹੈ।
ਉਹਨਾਂ weight ਬਹੁਤ ਘੱਟ ਲੂਜ਼ ਹੁੰਦਾ। ਸੋ ਇੱਕ ਬੜਾ ਇਹ ਮਿਥ ਹੈ ਸਾਡੇ ਕਿ ਐਕਸਰਸਾਈਜ਼ ਕਰੋ ਤੇ weight lose ਹੋ ਜਾਂਦਾ। ਫਿਰ ਜਦੋਂ ਜਿਮ ਜੁਆਇਨ ਕਰ ਲੈਂਦੇ ਆ, ਮਹੀਨਾ ਭਰ ਦੇ ਵਿੱਚ weight lose ਨਹੀਂ ਹੁੰਦਾ ਤੇ ਫਰਸਟ੍ਰੇਸ਼ਨ ਹੁੰਦੀ ਆ ਤਾਂ ਸਾਰਾ ਕੁਝ ਛੱਡ ਦਿੰਦੇ ਆ। ਸੋ ਇੱਕ ਤਾਂ ਇਹ ਆਪਾਂ ਨੂੰ ਜ਼ਰੂਰ ਆਮ ਲੋਕਾਂ ਨੂੰ ਮੈਂ ਕਹਾਂਗਾ ਕਿ ਨਹੀਂ ਪਤਾ ਹੁੰਦਾ ਇਹ। ਦੂਸਰੀ ਜਿਹੜੀ ਫਰਸਟ੍ਰੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ, ਡਿਪਰੈਸ਼ਨ ਦੀ ਗੱਲ ਕਰ ਰਹੇ ਹੋ, ਉਹਦੇ ਚ ਭਾਜੀ ਆਪਾਂ ਇੱਕ ਦੋ ਵਾਰ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਜਿਹੜਾ ਲਾਈਫ ਸਟਾਈਲ ਇੰਨਾ ਫਾਸਟ ਹੋ ਗਿਆ ਤੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਵੱਧ ਗਈਆਂ ਤੇ ਇੰਨੇ ਕੰਮ ਲੋਕਾਂ ਨੂੰ ਲੱਗਦਾ ਕਿ ਆਪਾਂ ਨੂੰ ਕਰਨੇ ਪੈਣੇ ਆ ਤੇ ਉਹ ਓਵਰਵੈਲਮਿੰਗ ਹੋ ਜਾਂਦਾ। ਤੁਸੀਂ ਕੰਮ ਵੀ ਕਰਦੇ ਹੋ, ਘਰਾਂ ਦੀਆਂ ਜ਼ਿੰਮੇਵਾਰੀਆਂ ਵੀ ਨੇ, ਸੋਸ਼ਲ ਜ਼ਿੰਮੇਵਾਰੀਆਂ ਵੀ ਨੇ, ਕਈ ਚੀਜ਼ਾਂ ਤੁਹਾਨੂੰ ਲੱਗਦਾ ਕਿ ਇੱਥੇ ਆ ਕੇ ਆਪਾਂ ਕਰਦੇ। ਇੰਡੀਆ ਦੇ ਵਿੱਚ ਵੀ ਹੁਣ ਇਦਾਂ ਅੱਗੇ ਬੜੇ ਸਿੰਪਲ ਲਾਈਫ ਸਟਾਈਲ ਹੁੰਦੇ ਸੀ, ਲੇਟ ਬੈਕ, ਲੋਕਾਂ ਨੂੰ ਰਿਲੈਕਸ ਕਰਨ ਲਈ ਟਾਈਮ ਸੀ ਤੇ ਹੁਣ ਨਾ ਵੀਕਐਂਡ ਫ੍ਰੀ ਆ ਨਾ ਸ਼ਾਮ ਦਾ ਹੈਗਾ। ਸੋ ਉਹਦੇ ਚ ਦੇਖੋ ਮੈਂ ਤੇ ਕਹੂੰਗਾ ਕਿ ਲਾਈਫ ਜਿਹੜੀ ਹਰ ਇੱਕ ਦੀ ਆਪੋ ਆਪਣੀਆਂ ਇਕੱਲੇ ਬੈਠ ਕੇ ਸੋਚਣਾ ਚਾਹੀਦਾ ਉਹਦੀ ਲਾਈਫ 'ਚ ਕੀ ਪ੍ਰਾਇੋਰਟੀ ਆ। ਲੋਕਾਂ ਦੇ ਪਿੱਛੇ ਲੱਗ ਕੇ ਜਾਂ ਲੋਕਾਂ ਨੂੰ ਖੁਸ਼ ਕਰਨ ਲਈ ਜਾਂ ਦੇਖ ਕੇ ਦਿਖਾਈ ਚ ਜਾਂ ਉਹ ਕਰ ਰਿਹਾ ਤੇ ਮੈਂ ਵੀ ਕਰਨਾ, ਇਸ ਚੱਕਰ ਤੋਂ ਬਚਣਾ ਚਾਹੀਦਾ। ਆਪਣੀ ਪ੍ਰਾਇੋਰਟੀ, ਆਪਣੇ ਤੁਹਾਡੇ ਦਿਲ ਨੂੰ ਕਿਸ ਚੀਜ਼ ਦੀ ਇੰਪੋਰਟੈਂਸ ਆ ਉਹ ਤੁਸੀਂ ਡਿਸਾਈਡ ਕਰਕੇ ਉੱਤੇ ਟਾਈਮ ਸਪੈਂਡ ਕਰੋ ਤੇ ਆਪਣੀ ਤੇ ਆਪਣਿਆਂ ਦੀ ਕਦਰ ਕਰੋ। ਤੇ ਇਹ ਹੈ ਕਿ ਫਰਸਟ੍ਰੇਸ਼ਨ ਜਿਹੜੀ ਆ ਉਹ ਜਦੋਂ ਤੁਸੀਂ ਬੜੇ ਹੋਰ ਚੱਕਰਾਂ 'ਚ ਪਈਆਂ ਉਹਦੇ 'ਚ ਫਿਰ ਵੱਧਦੀ ਹੈ ਤੇ ਉਹਨੂੰ ਬਚਾਉਣਾ। ਜੀ ਡਾਕਟਰ ਸਾਹਿਬ ਬਹੁਤ ਮਿਹਰਬਾਨੀ, ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਗੁਰਪ੍ਰੀਤ ਸਿੰਘ ਤੁੱਗਾ ਸਾਹਿਬ ਸਾਡੇ ਨਾਲ ਜੁੜੇ ਸੀ, ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ। ਉਮੀਦ ਕਰਦਾ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਜੀ। ਕਿਸੇ ਵੀ ਗੱਲਬਾਤ ਲਈ ਜਾਂ ਡਾਕਟਰ ਸਾਹਿਬ ਦਾ ਨੰਬਰ ਤੁਹਾਨੂੰ ਚਾਹੀਦਾ ਹੋਵੇ ਤਾਂ ਮੈਨੂੰ ਕਾਲ ਕਰ ਸਕਦੇ ਹੋ, ਮੈਨੂੰ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ WhatsApp ਨੰਬਰ ਮੇਰਾ ਸੈੱਲ ਨੰਬਰ 209-450-3362 ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।